ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care. सेखो इमिग्रेशन सर्विसेज, कैलिफोर्निया इमिग्रेशन कंसल्टेंट, रजिस्टर्ड ਅਤੇ बॉन्डेड इमिग्रेशन असिस्टेंस ਦੇ ਨਾਲ सिटीजनशिप, वर्क परमिट, प्रोसेस सर्विस, OCI कार्ड, फैमिली पिटीशन, इंडियन पासपोर्ट, इंडियन वीजा ਅਤੇ नोटरी पब्लिक ਲਈ संपर्क करो। सेखो इमिग्रेशन सर्विसेज, गुरशरण सेखो, 22693 Hesperian Boulevard, Suite 250, Hayward, California. Call 510-200-9988। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਏ ਦੇ ਲਈ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਤੁਹਾਡੀ ਸਹੂਲਤ ਦੇ ਲਈ ਡਿਸਪੈਚ ਪੰਜਾਬੀ 'ਚ ਕਰਦੇ ਨੇ। ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਅਕਾਲ ਟਰੱਕ ਐਂਡ ਟ੍ਰੇਲਰ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ ਤੇ ਸਥਿਤ ਹੈ ਜੀ। ਇੱਥੇ ਤੁਹਾਨੂੰ ਵਾਸ਼, ਕੁਇਕ ਟਰੱਕ ਲਿਊਬ ਦੇ ਨਾਲ ਪਾਰਕਿੰਗ ਦੀ ਸਹੂਲਤ ਵੀ ਹੈ। DOT ਸੇਫਟੀ ਵੀ ਕਰਵਾਈ ਜਾਂਦੀ ਹੈ। ਵਿੰਡ ਸਕਰੀਨ ਤੋਂ ਇਲਾਵਾ ਸੈਮੀ ਤੇ ਟ੍ਰੇਲਰ ਦਾ ਤਮਾਮ ਕੰਮ ਕੀਤਾ ਜਾਂਦਾ ਹੈ। ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 2044592000 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰੀਏ ਤਾਂ ਜਿਹੜੇ DGP ਜਾਂ ਕਮਿਸ਼ਨਰ ਲਾਏ ਗਏ ਨੇ ਦਿੱਲੀ ਪੁਲਿਸ ਦੇ, ਰਾਕੇਸ਼ ਅਸਥਾਨਾ ਜੀ, ਕਾਫੀ ਚਰਚਾ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਨਿਯੁਕਤੀ ਵਿਵਾਦਾਂ 'ਚ ਘਿਰ ਗਈ ਅਤੇ ਹੁਣ ਵਿਧਾਨ ਸਭਾ ਜਿਹੜੀ ਦਿੱਲੀ ਦੀ,
ਉਹਦੇ ਵਿੱਚ ਵੀ ਜਿਹੜਾ ਇਹਨਾਂ ਦੀ ਨਿਯੁਕਤੀ ਦੇ ਖਿਲਾਫ ਮਤਾ ਪਾਸ ਕਰ ਦਿੱਤਾ ਗਿਆ। ਅਸਲ ਦੇ ਵਿੱਚ ਗੱਲ ਕੁਛ ਇਸ ਤਰ੍ਹਾਂ ਹੈ ਕਿ ਮਿਸਟਰ ਪ੍ਰਕਾਸ਼ ਸਿੰਘ ਜਿਹੜੇ ਉੱਤਰ ਪ੍ਰਦੇਸ਼ ਦੇ ਕਿਸੇ ਵੇਲੇ ਡੀਜੀਪੀ ਹੁੰਦੇ ਸੀ, ਪੁਲਿਸ ਦੇ ਵਿੱਚ ਸਿਆਸੀ ਦਖਲ ਅੰਦਾਜ਼ੀ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜੀ। ਬਹੁਤ ਲੰਬੀ ਚੌੜੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਕੁਝ ਹਦਾਇਤਾਂ ਜਾਰੀ ਕੀਤੀਆਂ ਸੀ ਜੀ। ਪੁਲਿਸ ਦੀ ਫੰਕਸ਼ਨਿੰਗ ਦੇ ਵਿੱਚ ਸੁਧਾਰ ਵਾਸਤੇ ਤੇ ਪੁਲਿਸ ਨੂੰ ਸਿਆਸੀ ਦਖਲ ਅੰਦਾਜ਼ੀ ਤੋਂ ਬਚਾਇਆ ਜਾ ਸਕੇ। ਜੀ। ਉਹਦੇ ਵਿੱਚ ਇੱਕ ਪ੍ਰਬੰਧ ਇਹ ਕੀਤਾ ਸੀ ਕਿ ਜਿਹੜਾ ਕਿਸੇ ਵੀ ਬੰਦੇ ਨੂੰ ਪੁਲਿਸ ਕਮਿਸ਼ਨਰ ਲਾਉਣਾ ਹੈ ਕਿਸੇ ਵੀ ਸਟੇਟ ਦੇ ਵਿੱਚ, ਜੀ, ਡੀਜੀਪੀ ਲਾਉਣਾ ਹੈ, ਕਿਉਂਕਿ ਦਿੱਲੀ ਦੇ ਵਿੱਚ ਪੁਲਿਸ ਕਮਿਸ਼ਨਰ ਸਿਸਟਮ ਹੈ, ਉੱਥੇ ਡੀਜੀਪੀ ਨਹੀਂ ਹੈ, ਤਾਂ ਜਿਹਨੂੰ ਪੁਲਿਸ ਦਾ ਮੁਖੀ ਕਹਿ ਸਕਦੇ ਆਪਾਂ, ਜੇ ਕਿਸੇ ਨੂੰ ਪੁਲਿਸ ਦਾ ਮੁਖੀ ਲਾਉਣਾ ਹੈ ਤਾਂ ਉਹਦੀ ਆਪਣੇ ਪੱਧਰ ਦੇ ਉੱਤੇ ਜਿਹੜੀ ਹੈ ਸਿਲੈਕਸ਼ਨ ਨਹੀਂ ਹੋਊਗੀ ਜੀ। ਉਹਦੇ ਵਾਸਤੇ 3 ਸੀਨੀਅਰ ਮੋਸਟ ਬੰਦੇ ਆ ਜਿਹੜੇ ਉਹਨਾਂ ਦਾ ਪੈਨਲ UPSC ਨੂੰ ਭੇਜਿਆ ਜਾਊਗਾ ਜੀ। ਤੇ UPSC ਉਹਦਾ ਜਿਹੜਾ ਹੈ ਰਿਕਾਰਡ ਦੇਖਣ ਤੋਂ ਬਾਅਦ ਜੀ ਜਿਹਦੀ ਮੈਰਿਟ ਬਣਦੀ ਹੋਈ ਉਸ ਬੰਦੇ ਦੀ ਸਿਫਾਰਿਸ਼ ਕਰ ਦੇਣਗੇ ਕਿ ਇਹਨੂੰ ਨਿਯੁਕਤ ਕਰ ਦਿਓ, ਤੇ ਬਾਅਦ ਦੇ ਵਿੱਚ ਸਟੇਟ ਗਵਰਨਮੈਂਟ ਨੇ ਉਹਨੂੰ ਨੋਟੀਫਾਈ ਕਰਨਾ ਹੁੰਦਾ ਹੈ, ਉਹਨੂੰ ਨਿਯੁਕਤ ਕਰਨਾ ਹੁੰਦਾ ਹੈ, ਉਹ ਕਰ ਦਿੰਦੀ ਹੈ। ਨਾਲ ਉਹਨਾਂ ਨੇ ਇੱਕ ਕੰਡੀਸ਼ਨ ਲਈ ਸੀ ਕਿ ਉਸ ਬੰਦੇ ਦਾ ਨਾਂ ਇਸ ਪੋਸਟ ਵਾਸਤੇ ਨਹੀਂ ਵਿਚਾਰਿਆ ਜਾਣਾ ਚਾਹੀਦਾ ਜਿਹਦੀ ਰਿਟਾਇਰਮੈਂਟ ਦੇ ਵਿੱਚ 6 ਮਹੀਨੇ ਦਾ ਸਮਾਂ ਰਹਿੰਦਾ ਹੋਵੇ, ਕਿਉਂਕਿ 6 ਮਹੀਨੇ ਦਾ ਜੇ ਸਮਾਂ ਰਹਿੰਦਾ ਤੇ ਘੱਟੋ ਘੱਟ ਨਿਉਰ ਹੈ ਜਿਹੜੀ ਉਹਦੀ ਉਹ 2 ਸਾਲ ਦੀ ਰੱਖੀ ਹੁੰਦੀ ਹੈ ਕਿ 2 ਸਾਲ ਤੱਕ ਬੰਦੇ ਦੀ ਬਦਲਣੀ ਨਹੀਂ। ਜੇ ਮਹੀਨੇ 6 ਰਹਿੰਦੇ ਤੇ 6 ਮਹੀਨਿਆਂ ਦੀ ਖਾਤਰ ਤੁਸੀਂ ਲਾਉਣ ਵਾਲੀ ਗੱਲ ਨਹੀਂ, ਠੀਕ, ਉਹਨੂੰ ਬੰਦੇ ਨੂੰ ਪਾਸੇ ਹੀ ਰਹਿਣ ਦਿਓ ਜੀ। ਨਵੇਂ ਬੰਦੇ ਤੁਸੀਂ ਦੇਖੋ ਕਿ ਕੌਣ ਉਹਦੀ ਥਾਂ ਤੇ ਹੋਣਗੇ। ਇਸ ਕੇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਮਿਸਟਰ ਰਾਕੇਸ਼ ਅਸਥਾਨਾ ਦੀ ਆ 2 ਦਿਨ ਪਹਿਲਾਂ ਨਿਯੁਕਤੀ ਹੁੰਦੀ ਹੈ ਤੇ ਰਿਟਾਇਰਮੈਂਟ ਕਦੋਂ ਸੀ ਜੀ ਉਹਨਾਂ ਦੀ? 31 ਜੁਲਾਈ ਨੂੰ ਉਹਨਾਂ ਨੇ ਕੱਲ੍ਹ ਨੂੰ ਰਿਟਾਇਰ ਹੋ ਜਾਣਾ ਸੀ ਜੀ। ਰਿਟਾਇਰਮੈਂਟ ਤੋਂ 3 ਦਿਨ ਪਹਿਲਾਂ ਬੰਦੇ ਨੂੰ ਚੱਕ ਕੇ ਲਾਤਾ ਦਿੱਲੀ ਦਾ ਪੁਲਿਸ ਕਮਿਸ਼ਨਰ ਜੀ। ਔਰ ਕੱਲਾ ਪੁਲਿਸ ਕਮਿਸ਼ਨਰ ਨਹੀਂ ਲਾਇਆ, ਨਾਲ ਉਹਦੀ ਜਿਹੜੀ ਸਰਵਿਸ ਹੈ ਜੀ ਉਹਦੇ ਵਿੱਚ ਉਹਨੂੰ ਐਕਸਟੈਂਸ਼ਨ ਦਿੱਤੀ 1 ਸਾਲ ਦੀ ਕਿ ਅਗਲੇ 1 ਸਾਲ ਤੱਕ ਉਹ ਬੰਦਾ ਦਿੱਲੀ ਦਾ ਪੁਲਿਸ ਕਮਿਸ਼ਨਰ ਰਹੂਗਾ ਜੀ। ਇਹ ਜੇ ਆਪਾਂ ਦੇਖੀਏ ਤਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਘੋਰ ਉਲੰਘਣਾ ਹੈ ਜੀ ਜੀ। ਔਰ ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਇਹ ਤੋਂ ਪਹਿਲਾਂ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਗਈ ਸੀ ਕਿ ਰਾਕੇਸ਼ ਅਸਥਾਨਾ ਨੂੰ CBI ਦਾ ਮੁਖੀ ਬਣਾਇਆ ਜਾਵੇ। ਅੱਛਾ ਜੀ। ਆ ਜਿਹੜਾ ਮੌਜੂਦਾ ਮੁਖੀ ਹੈ ਨਾ CBI ਦਾ, ਇਹਦੀ ਜਦੋਂ ਚੋਣ ਹੋਈ ਹੈ, ਇਹਦੀ ਚੋਣ ਤੋਂ ਪਹਿਲਾਂ ਵੀ ਇੱਕ ਕਮੇਟੀ ਦੀ ਚੋਣ ਹੋਈ ਸੀ ਜੀ। ਕਮੇਟੀ ਦੇ ਵਿੱਚ ਕੌਣ ਹੁੰਦੇ ਹੈ? ਜਿਹੜੀ ਸਿਲੈਕਸ਼ਨ ਕਮੇਟੀ ਹੈ ਜਿਹਨੇ CBI ਦਾ ਮੁਖੀ ਲਾਉਣਾ ਹੁੰਦਾ ਹੈ, ਉਹਦੇ ਵਿੱਚ 3 ਬੰਦੇ ਹੁੰਦੇ ਹੈ ਜੀ। ਇੱਕ ਹੁੰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ, ਦੂਜੇ ਹੁੰਦੇ ਆ ਚੀਫ ਜਸਟਿਸ ਆਫ ਇੰਡੀਆ ਜੀ, ਤੇ ਤੀਜੇ ਹੁੰਦੇ ਆ ਵਿਰੋਧੀ ਧਿਰ ਦੇ ਆਗੂ। ਜੇ ਵਿਰੋਧੀ ਧਿਰ ਨਾ ਹੋਵੇ, ਜਿਵੇਂ ਹੁਣ ਕਾਂਗਰਸ ਦੀ ਹਾਲਤ ਹੈ ਕਿ ਕਾਂਗਰਸ ਨਹੀਂ ਹੈ ਜੀ ਜੀ, ਲੇਕਿਨ ਕਾਂਗਰਸ ਪਾਰਟੀ ਵੱਡੀ ਪਾਰਟੀ ਹੈ, ਵੱਡੀ ਪਾਰਟੀ ਦਾ ਜਿਹੜਾ ਲੀਡਰ ਹੈ ਲੋਕ ਸਭਾ ਦੇ ਵਿੱਚ ਉਹ ਹੋਊਗਾ। ਤਾਂ ਇਹ ਇਸ ਕਮੇਟੀ ਦੇ ਵਿੱਚ ਵੀ ਅਧੀਰ ਰੰਜਨ ਚੌਧਰੀ ਸੀ, ਨਰਿੰਦਰ ਮੋਦੀ ਸਾਹਿਬ ਹੋ ਗਏ ਜੀ, ਜਸਟਿਸ NV ਰਮਨਾ ਸਾਹਿਬ ਹੋ ਗਏ, ਔਰ ਨਾਲ ਹੀ ਇਹ ਹੋ ਗਏ ਅਧੀਰ ਰੰਜਨ ਚੌਧਰੀ। ਇਹ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਜਿਹੜਾ ਪੈਨਲ ਪੇਸ਼ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ, ਜਿਹੜੀ ਪ੍ਰਪੋਜ਼ਲ ਵੀ ਆਹ ਬੰਦੇ ਆ ਜੀ ਸਾਡੇ ਚੋਂ ਤੇ ਇਹਦੇ ਤੇ ਗੱਲ ਕਰੋ, ਉਹਦੇ ਵਿੱਚ ਰਾਕੇਸ਼ ਅਸਥਾਨਾ ਦਾ ਨਾਂ ਵੀ ਸੀ ਜੀ, ਇੱਕ ਹੋਰ ਸੱਜਣ ਦਾ ਨਾਂ ਵੀ ਸੀ, ਕਈ ਹੋਰ ਸੀ। ਜਦੋਂ ਤਿੰਨਾਂ ਦੇ ਕੋਲੇ ਤਿੰਨਾਂ ਦੇ ਕੋਲੇ ਗਈ ਆ ਦੇਖੋ ਜੀ ਜੀ, ਤੇ ਪੈਨ ਚੱਕਿਆ, ਕਹਿੰਦੇ ਰਮਨਾ ਸਾਹਿਬ ਨੇ, ਉਹਨੇ ਦੋਵਾਂ ਤੇ ਕਾਂਟੇ ਲਾਤੇ। ਅੱਛਾ ਜੀ। ਕਿ ਆ ਨਹੀਂ ਹੋ ਸਕਦੀ। ਇਹ ਵੀ ਸੀ, ਰਾਕੇਸ਼ ਅਸਥਾਨਾ ਵੀ ਸੀ, ਤੇ ਇੱਕ ਹੋਰ ਸੀ ਜੀ, ਜਿਨ੍ਹਾਂ ਨੂੰ ਬਣਾਉਣਾ ਚਾਹੁੰਦੇ ਸੀ ਮੋਦੀ ਸਾਹਿਬ। ਕਹਿੰਦੇ ਜੀ ਕੀ ਗੱਲ? ਕਹਿੰਦੇ ਰਿਟਾਇਰਮੈਂਟ 6 ਮਹੀਨੇ ਤੋਂ ਸਮਾਂ ਘੱਟ ਰਹਿੰਦਾ ਹੈ, ਔਰ ਇਸ ਸੁਪਰੀਮ ਕੋਰਟ ਦਾ ਜਿਹੜਾ 2019 ਦਾ ਫੈਸਲਾ ਹੈ ਉਹਦੀ ਉਲੰਘਣਾ ਹੈ ਜੀ, ਇਹ ਨਹੀਂ ਹੋ ਸਕਦਾ, ਇਹ ਨਹੀਂ ਲੱਗੂਗਾ ਜੀ। ਅਧੀਰ ਰੰਜਨ ਚੌਧਰੀ ਨੇ ਵੀ ਨਾਲ ਦੀ ਨਾਲ ਹੀ ਹੱਥ ਖੜਾ ਕਰਤਾ ਕਿ ਜੀ ਮੈਂ ਵੀ ਚੀਫ ਜਸਟਿਸ ਦੇ ਨਾਲ ਜੀ, ਔਰ ਸੁਪਰੀਮ ਕੋਰਟ ਦੀਆਂ ਇਹ ਹਦਾਇਤਾਂ ਕਿ ਇਹ ਕਮੇਟੀ ਫੈਸਲਾ ਕਰੂਗੀ। ਹੁਣ ਪ੍ਰਧਾਨ ਮੰਤਰੀ ਉੱਥੇ ਇਕੱਲਾ ਕਰ ਨਹੀਂ ਸਕਦਾ, ਪੇਸ਼ ਕੋਈ ਨਹੀਂ ਜੀ। ਰਾਕੇਸ਼ ਅਸਥਾਨਾ ਸਾਹਿਬ ਰਹਿ ਗਏ, ਪਰ ਕਿਉਂਕਿ ਰਾਕੇਸ਼ ਅਸਥਾਨਾ ਹੈ ਕੌਣ, ਇਹ ਯਾਦ ਕਰੋ ਤੁਸੀਂ। ਇਹ ਕਾਫੀ ਸਮਾਂ ਪਹਿਲਾਂ ਜੀ, ਜਦੋਂ ਰਫੇਲ ਵਾਲਾ ਰੌਲਾ ਪਿਆ, ਰਫੇਲ ਸਮਝੌਤੇ ਦੇ ਰੌਲੇ ਵੇਲੇ ਇੱਕ ਪਟੀਸ਼ਨ ਦਾਇਰ ਕੀਤੀ ਸੀ, ਸ਼ਾਇਦ ਆਪਾਂ ਕੱਲ੍ਹ ਵੀ ਉਹਦਾ ਜ਼ਿਕਰ ਕੀਤਾ ਸੀ। ਉਹ ਪਟੀਸ਼ਨ ਦਾਇਰ ਕੀਤੀ ਸੀ ਪ੍ਰਸ਼ਾਂਤ ਭੂਸ਼ਣ ਨੇ ਜੀ ਜੀ, ਔਰ ਉਹ ਪਟੀਸ਼ਨ ਜਿਨ੍ਹਾਂ ਬੰਦਿਆਂ ਵੱਲੋਂ ਕੀਤੀ ਸੀ ਉਹਨਾਂ ਵਿੱਚ ਅਰਨ ਸ਼ੌਰੀ ਵੀ ਸੀ, ਉਹਨਾਂ ਦੇ ਵਿੱਚ ਜਸਵੰਤ ਸਿਨਹਾ ਵੀ ਸੀ। ਉਸ ਪਟੀਸ਼ਨ ਦੇ ਉੱਤੇ ਜਦੋਂ ਸੁਣਵਾਈ
ਹੋਣੀ ਸੀ। ਪਟੀਸ਼ਨ ਕਿੱਥੇ ਦਾਇਰ ਕੀਤੀ ਸੀ? ਹਾਈ ਕੋਰਟ 'ਚ ਨਹੀਂ ਕੀਤੀ, ਸੁਪਰੀਮ ਕੋਰਟ 'ਚ ਨਹੀਂ ਕੀਤੀ ਸੀ। ਅੱਛਾ ਜੀ। ਉਹ ਪਟੀਸ਼ਨ ਕੀਤੀ ਸੀ ਚੀਫ ਜਿਹੜਾ CBI ਦਾ ਚੀਫ ਹੈ ਉਹਦੇ ਕੋਲੇ ਜੀ ਕਿ ਲਓ ਜੀ ਤੁਸੀਂ ਇਹਨੂੰ ਵਿਚਾਰੋ। ਤੇ ਜਿਹੜੇ ਉਸ ਵੇਲੇ ਦੇ ਚੀਫ ਸੀਗੇ, ਮੇਰਾ ਖਿਆਲ ਦੀਪਕ ਮਿਸ਼ਰਾ ਸੀ ਉਹਨਾਂ ਦਾ ਨਾਮ। ਜੀ ਜੀ। ਉਹ ਤਿਆਰ ਹੋ ਗਏ ਕਿ ਜੀ ਕੋਈ ਗੱਲ ਨਹੀਂ, ਆਪਾਂ ਇਹਨੂੰ ਵਿਚਾਰਦੇ ਹਾਂ ਜੀ। ਤੇ ਮੇਰਾ ਖਿਆਲ ਹੈ ਜਿਹੜਾ ਫਿਰ ਪੈਗਾਸਸ ਸਪਾਈਵੇਅਰ ਹੈ ਜੀ, ਇਹਦੇ ਰਾਹੀਂ ਪਤਾ ਲੱਗ ਗਿਆ ਹੁਣ ਟੈਲੀਫੋਨ ਤੇ ਕਿਤੇ ਗੱਲਬਾਤ ਹੁੰਦੇ ਆ ਕਿ ਜੀ ਚੀਫ ਜਸਟਿਸ ਦਾ ਮਨ ਬਣ ਗਿਆ। ਔਰ ਉਹ ਤੋਂ ਪਹਿਲਾਂ ਚੀਫ ਜਸਟਿਸ ਦਾ ਤੇ ਰਾਕੇਸ਼ ਅਸਥਾਨੇ ਦਾ ਆਪਸ ਵਿੱਚ ਥੋੜਾ ਜਿਹਾ ਝਗੜਾ ਹੋ ਗਿਆ ਸੀ। ਜੀ। ਝਗੜਾ ਕਿਸ ਗੱਲ ਤੇ ਹੋਇਆ? ਕੋਈ ਤੂੰ ਮੈਂ ਨਹੀਂ ਹੋਈ। ਚੀਫ ਜਸਟਿਸ ਦੇ ਜਿਹੜਾ ਚੀਫ ਜਸਟਿਸ ਨਹੀਂ, ਚੀਫ ਹੈ ਜਿਹੜਾ CBI ਦਾ ਚੀਫ ਹੈ, CBI ਦਾ ਮੁਖੀ ਹੈ, ਉਹਦੇ ਕੋਲੇ ਇੱਕ ਇਨਫੋਰਮੇਸ਼ਨ ਆ ਗਈ ਕਿ ਇੱਕ ਬਹੁਤ ਵੱਡੇ ਘਪਲੇ ਦੇ ਵਿੱਚ ਮੋਟੀ ਰਿਸ਼ਵਤ ਲਈ ਹੈ। ਔਰ ਉਹਨੇ ਰਾਕੇਸ਼ ਅਸਥਾਨਾ ਦੇ ਖਿਲਾਫ FIR ਦਰਜ ਕਰਨ ਦਾ ਹੁਕਮ ਕਰਤਾ ਜੀ। FIR ਦਰਜ ਹੋ ਗਈ ਸੀ। ਜਦੋਂ FIR ਦਰਜ ਹੋ ਗਈ, ਰਾਕੇਸ਼ ਅਸਥਾਨਾ ਹੈ ਕੌਣ? ਜੀ। ਤੇ ਰਾਕੇਸ਼ ਅਸਥਾਨੇ ਦਾ ਤੁਸੀਂ ਕਾਡਰ ਦੇਖੋ ਕਿੱਥੋਂ ਦਾ? ਗੁਜਰਾਤ ਦਾ। ਜ਼ਿਆਦਾਤਰ ਅਫਸਰ ਜਿਹੜੇ ਹੈਗੇ ਆ ਦਿੱਲੀ ਦੇ ਵਿੱਚ ਉਹ ਗੁਜਰਾਤ ਵਾਲੀ ਹੈ, ਭਾਰਤ ਸਰਕਾਰ ਦੇ ਕੋਲੇ। ਤੇ ਉਸੇ ਵੇਲੇ ਕੀ ਕੀਤਾ, ਇੱਕ ਹੁਕਮ ਜਾਰੀ ਕਰਤਾ ਜੀ ਕਿ ਦੋਨਾਂ ਦੀ ਬਦਲੀ ਕਰ ਦਿਓ। ਅੱਛਾ ਜੀ। ਅਸਲ 'ਚ ਰਾਕੇਸ਼ ਅਸਥਾਨੇ ਦੀ ਨਹੀਂ ਬਦਲੀ ਕਰਨੀ ਸੀ, ਬਦਲੀ ਤਾਂ ਕਰਨੀ ਸੀ ਦੀਪਕ ਦੀ। ਹਾਂਜੀ। ਦੀਪਕ ਮਿਸ਼ਰਾ ਦੀ ਬਦਲੀ ਕਰਨੀ ਸੀ ਜੀ, ਉਹਦੀ ਬਦਲੀ ਕਰ ਦਿੱਤੀ ਤੇ ਨਵੇਂ ਬੰਦੇ ਨੂੰ ਰਾਤੇ ਰਾਤ ਜਿਹੜਾ ਇੱਥੇ ਜੁਆਇਨ ਕਰਵਾਤਾ ਸੀ। ਜਿਸ ਬੰਦੇ ਦੇ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਿਆ ਹੋਵੇ, ਜਿਸ ਬੰਦੇ ਦੀ ਸਰਵਿਸ ਦੇ ਵਿੱਚ ਰਹਿੰਦੇ ਹੁਣ ਸਿਰਫ 3 ਦਿਨ, ਜਿਸ ਬੰਦੇ ਨੂੰ CBI ਦਾ ਚੀਫ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੋਵੇ ਚੀਫ ਜਸਟਿਸ ਨੇ ਤੇ ਅਧੀਰ ਰੰਜਨ ਚੌਧਰੀ ਨੇ, ਤੇ ਉਹਨੂੰ ਫਿਰ ਨਰਿੰਦਰ ਮੋਦੀ ਸਾਹਿਬ ਨੇ ਦਿੱਲੀ ਦੀ ਪੁਲਿਸ ਦਾ ਕਮਿਸ਼ਨਰ ਬਣਾਤਾ। ਉਹ ਵੀ ਤਾਂ ਇੱਕ ਟੌਪ ਦੀ ਹੈ, ਬਹੁਤ ਟੌਪ ਦੀ ਹੈ। ਦਿੱਲੀ ਛੋਟੀ ਮੋਟੀ ਚੀਜ਼ ਦਿੱਲੀ, ਨਾਲੇ ਦਿੱਲੀ ਤੋਂ ਜਿਹਦੀ ਮਰਜ਼ੀ ਚੂੜੀ ਕੱਸ ਲਓ ਜੀ। ਦਿੱਲੀ ਪੁਲਿਸ ਕੋਲ ਇਹੋ ਜਿਹੀਆਂ ਪਾਵਰਾਂ ਨੇ। ਜਿਹੜੀ CBI ਹੈ ਇਹ ਵੀ ਦਿੱਲੀ ਪੁਲਿਸ ਐਕਟ ਦੇ ਤਹਿਤ ਹੀ ਬਣੀ ਹੋਈ। ਔਰ ਇਹ ਜਿਹੜਾ ਹੈਗਾ ਜਦੋਂ ਹੁਣ ਕਰਤਾ ਸਾਰਾ ਕੁਝ ਜੀ, ਹੁਣ ਇਹ ਮਾਮਲਾ ਪੋਲੀਟੀਕਲ ਰੰਗ 'ਚ ਵੀ ਲੈ ਗਿਆ ਕਿਉਂਕਿ ਦਿੱਲੀ ਦੀ ਪੁਲਿਸ ਜਿਹੜੀ ਹੈ ਉਹ ਦਿੱਲੀ ਦੀ ਸਰਕਾਰ ਦੇ ਮੁਤਹਿਤ ਨਹੀਂ ਜੀ। ਉਹਦੀ ਕਮਾਂਡ ਕੇਜਰੀਵਾਲ ਕੋਲ ਨਹੀਂ, ਸਗੋਂ ਉਹਦੀ ਕਮਾਂਡ ਅਮਿਤ ਸ਼ਾਹ ਕੋਲ ਹੈ ਜੀ। ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਕੱਲ ਫਿਰ ਦਿੱਲੀ ਦੀ ਵਿਧਾਨ ਸਭਾ ਦਾ ਸੈਸ਼ਨ ਹੋਇਆ ਜੀ। ਉਸ ਸੈਸ਼ਨ ਦੇ ਵਿੱਚ ਇਹਦੇ ਤੇ ਨਿੱਠ ਕੇ ਵਿਚਾਰ ਹੋਈ ਔਰ ਉਸ ਸੈਸ਼ਨ ਦੇ ਰਾਹੀਂ ਇਸ ਨਿਯੁਕਤੀ ਦੀ ਨਿਖੇਧੀ ਕੀਤੀ ਗਈ ਤੇ ਇਹਨੂੰ ਰੱਦ ਕੀਤਾ ਹੈ ਜੀ। ਹਾਲਾਂਕਿ ਰੱਦ ਕਰ ਨਹੀਂ ਸਕਦੇ, ਮਤਲਬ ਵੀ ਉਹਨਾਂ ਨੇ ਇਸ ਤਰ੍ਹਾਂ ਕਰ ਲਿਆ ਵੀ ਆਪਾਂ ਆਪਣਾ ਜਿਹੜਾ ਹੈਗਾ ਇਤਰਾਜ਼ ਉਹ ਆਪਣਾ ਪ੍ਰਗਟ ਕਰ ਦਈਏ। ਪਰ ਨਾਲ ਹੀ ਅੱਜ ਇਹ ਜਾਣਕਾਰੀ ਵੀ ਮਿਲੀ ਹੈ ਜੀ ਕਿ ਇੱਕ ਵਕੀਲ ਸਾਹਿਬ ਨੇ ਚੁਣੌਤੀ ਵੀ ਦਿੱਤੀ ਸੁਪਰੀਮ ਕੋਰਟ 'ਚ। ਅੱਛਾ, ਨਾਲ ਦੀ ਨਾਲ ਚੁਣੌਤੀ ਦਿੱਤੀ। ਤੇ ਮੇਰਾ ਨਹੀਂ ਖਿਆਲ ਕਿ ਸੁਪਰੀਮ ਕੋਰਟ ਨੇ ਜਿਹੜੀ ਆਪਣੀ ਜੱਜਮੈਂਟ ਪਹਿਲਾਂ ਦਿੱਤੀ ਹੋਈ ਹੈ ਜੀ, ਖਾਸ ਕਰਕੇ ਜਿਹੜੀ ਸਿਆਸੀ ਦਖਲਅੰਦਾਜ਼ੀ ਘਟਾਉਣੀ ਹੈ ਤੇ ਉਹ ਖਤਮ ਕਰਨੀ ਹੈ, ਖਤਮ ਤਾਂ ਨਹੀਂ ਹੋਈ ਕਰ। ਪੰਜਾਬ 'ਚ ਵੀ ਆਪਾਂ ਦੇਖਿਆ ਹੀ ਹੈ, ਪੰਜਾਬ ਦੇ ਵਿੱਚ ਵੀ ਉਵੇਂ ਚੱਲੀ ਜਾਂਦਾ ਹੈ। ਜਦੋਂ DGP ਦੀ ਮਰਜ਼ੀ ਹੋਵੇ, ਜਿਹਨੂੰ ਮਰਜ਼ੀ SSP ਨੂੰ ਕਹਿੰਦੇ ਚੱਲ ਵੀ ਛੁੱਟੀ ਤੇ, ਨਹੀਂ ਤਾਂ ਤੈਨੂੰ ਸਸਪੈਂਡ ਕਰ ਦਿਆਂਗੇ। SHO ਨੂੰ SSP ਕਹਿੰਦਾ ਚੱਲ ਵੀ ਛੁੱਟੀ ਤੇ ਫਲਾਣੇ MLA ਦੇ ਕਹੇ ਤੇ ਉਹਦਾ ਬੰਦਾ ਲਾਉਣਾ। ਸੋ ਗੱਲ ਤਾਂ ਚੱਲਦੀ ਰਹਿੰਦੀ ਹੈ। ਲੇਕਿਨ ਸੁਪਰੀਮ ਕੋਰਟ ਦੀ ਜਿਹੜੀ ਮਨਸ਼ਾ ਸੀ ਕਿ ਪੋਲੀਟੀਕਲ ਦਖਲਅੰਦਾਜ਼ੀ ਦੂਰ ਕਰਵਾਈ ਜਾਵੇ ਤੇ ਆਹ ਤਾਂ ਇੱਕ ਨੰਗਾ ਚਿੱਟਾ ਸੱਚ ਹੈ ਜੀ। ਸਪਸ਼ਟ ਹੈ ਕਿ ਜੋ ਕੁਛ ਹੋਇਆ ਸਿਰਫ ਤੇ ਸਿਰਫ ਪੋਲੀਟੀਕਲ ਦਖਲਅੰਦਾਜ਼ੀ ਦੀ ਕਾਰਨ ਹੋਇਆ। ਅਗਲੀ ਗੱਲ ਹੁਣ ਇਹ ਉੱਠਦੀ ਹੈ ਕਿ ਇਹਨੂੰ ਲਾਉਣ ਦਾ ਕਾਰਨ ਕੀ ਹੈ ਤੇ ਬਹੁਤ ਸਾਰੇ ਲੋਕ ਇਹਨੂੰ ਜਿਹੜਾ ਕਿਸਾਨ ਅੰਦੋਲਨ ਨਾਲ ਵੀ ਜੋੜ ਕੇ ਦੇਖਦੇ। ਅੱਛਾ ਜੀ। ਉਹ ਕਹਿੰਦੇ ਵੀ ਕਿਸਾਨਾਂ ਨੇ ਇੱਕ ਤਾਂ ਐਲਾਨ ਕੀਤਾ ਹੋਇਆ ਕਿ 15 ਅਗਸਤ ਵੀ ਆ ਗਈ ਜੀ, 15 ਅਗਸਤ ਨੂੰ ਵੀ ਝੰਡੇ ਚੜਾਵਾਂਗੇ। ਹੁਣ ਉਹ ਝੰਡੇ ਚੜਾਉਣਗੇ ਕਿੱਥੇ ਕਿਸਾਨ, ਇਹ ਤਾਂ ਦੱਸਿਆ ਨਹੀਂ। ਪਰ ਇਹ ਖਬਰ ਵੀ ਆ ਗਈ ਹੈ ਵੀ ਹਰਿਆਣੇ ਵਾਲਿਆਂ ਨੇ ਕਹਿੰਦਾ ਭਾਰਤੀ ਜਨਤਾ ਪਾਰਟੀ ਨੂੰ ਤਾਂ ਝੰਡਾ ਚੜਾਉਣ ਹੀ ਨਹੀਂ ਦੇਣਾ, ਚਾਹੇ ਕੋਈ ਵਜ਼ੀਰ ਹੈ ਤੇ ਚਾਹੇ ਕੁਛ ਵੀ ਹੈ, ਕਿਤੇ ਨਹੀਂ ਚੜਾਉਣ ਦੇਣਾ, ਅਸੀਂ ਮੌਕੇ ਤੇ ਪਹੁੰਚਾਂਗੇ ਜੀ। ਔਰ ਇਹਦੇ ਤੇ ਜੇ ਆਪਾਂ ਗੱਲ ਕਰੀਏ ਉਹ ਝੰਡਾ ਚੜਾਉਣ ਕਿਉਂ ਨਹੀਂ ਦਿੰਦਾ, ਮੇਰੀ ਕਿਸਾਨ ਆਗੂ ਨਾਲ ਗੱਲ ਹੋਈ ਵੀ ਤੁਸੀਂ ਯਾਰ 15 ਅਗਸਤ ਦਾ ਝੰਡਾ ਕਿਉਂ ਨਹੀਂ ਚੜਾਉਣ ਦਿਓਗੇ। ਉਹ ਕਹਿੰਦੇ 15 ਅਗਸਤ ਜਿਹੜਾ ਹੈਗਾ ਇਹ ਦੇਸ਼ ਭਗਤਾਂ ਦਾ ਦਿਨ ਹੈ। ਅੱਛਾ ਜੀ। ਜਿਹੜੀ ਆਪਾਂ ਨੂੰ ਆਜ਼ਾਦੀ ਮਿਲੀ ਹੈ 15 ਅਗਸਤ 1947 ਨੂੰ ਮਿਲੀ ਸੀ। ਇਹ ਅੰਗਰੇਜ਼ਾਂ ਨੇ ਐਵੇਂ ਨਹੀਂ ਦਿੱਤੀ ਸੀ ਜੀ। ਜਿਨ੍ਹਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ ਹੁੰਦਾ ਸੀ, ਉਹਨਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਹੁਣ ਸੂਰਜ ਚੜ੍ਹਦਾ ਹੀ ਨਹੀਂ ਕਿਉਂਕਿ ਉੱਥੇ ਧੂੰਆਂ ਤਾਂ ਪਾਏ ਨਾ, ਉਹਨਾਂ ਦਾ ਮੰਨਣਾ ਹੈ। ਵੈਸੇ ਮੇਰਾ ਖਿਆਲ ਕਹਾਵਤ ਹੈ ਜੀ। ਹਾਂ, ਵੈਸੇ ਇੱਕ ਥਾਂ ਤੇ ਸੂਰਜ ਆ ਕਹਿਣ ਤੋਂ ਮਤਲਬ ਹਾਂ ਹੁਣ ਤਾਂ ਇੱਕ ਥਾਂ ਤੇ ਹੀ ਹੈ। ਤਾਂ ਇਹ ਤੋਂ ਬਾਅਦ ਆਪਾਂ ਜੇ ਦੇਖੀਏ ਤਾਂ ਅੰਗਰੇਜ਼ਾਂ ਨੂੰ ਬੜੀ ਮਤਲਬ ਜਿਹੜੀ ਹੈ ਮੁਸ਼ਕਲ ਹਾਲਾਤ ਜਦੋਂ ਹੋ ਗਏ ਸੀ ਉਦੋਂ ਉਹਨਾਂ ਨੂੰ ਇੱਥੋਂ ਨਿਕਲਣਾ ਪਿਆ ਸੀ ਜੀ। ਕਹਿੰਦੇ ਲੜਾਈ ਜਿਹਨਾਂ ਲੋਕਾਂ ਨੇ ਲੜੀ ਉਹ ਕੌਣ ਸੀ ਲੜਨ ਵਾਲੇ? ਉਹ ਤਾਂ ਦੇਸ਼ ਭਗਤ ਬੰਦੇ ਸੀ। ਅੱਛਾ ਜੀ। ਜੇ ਆਪਾਂ ਦੇਖੀਏ ਤਾਂ 80% ਪੰਜਾਬੀ ਕਹਿੰਦੇ ਸੀਗੇ। ਹਾਂਜੀ। ਤੇ ਉਂਝੇ ਭਾਰਤੀ ਜਨਤਾ ਪਾਰਟੀ ਵਾਲੇ ਉਦੋਂ ਭਾਰਤੀ ਜਨਤਾ ਪਾਰਟੀ ਤਾਂ ਹੁੰਦੀ ਨਹੀਂ ਸੀ। ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਇਸ ਪਾਰਟੀ ਦਾ ਨਾਂ ਜਨ ਸੰਘ ਹੁੰਦਾ ਸੀ ਜੀ। ਜਨ ਸੰਘ ਤੋਂ ਪਹਿਲਾਂ ਇਸ ਪਾਰਟੀ ਦਾ ਨਾਂ ਹਿੰਦੂ ਮਹਾਸਭਾ ਹੁੰਦਾ ਸੀ। ਤੇ ਇਹ ਪਾਰਟੀ ਬਣਾਈ ਕਿਹਨੇ ਸੀ ਜੀ?
ਇਹ ਬਣਾਈ ਸੀਗੀ RSS ਵਾਲਿਆਂ ਨੇ। RSS ਦਾ ਪੋਲੀਟੀਕਲ ਵਿੰਗ ਹੈ, ਤੀਜਾ ਨਾਂ ਹੁਣ ਉਹਦਾ ਹੋ ਗਿਆ ਜੀ। ਔਰ ਇਹ ਜਿਹੜਾ ਪੋਲੀਟੀਕਲ ਵਿੰਗ ਹੈ RSS ਦਾ ਜਿਹੜਾ ਚੀਫ ਸੀਗਾ ਉਸ ਵੇਲੇ ਦਾ ਸਾਵਰਕਰ ਜੀ। ਸਾਵਰਕਰ ਵੀ ਕਹਿੰਦੇ ਜੀ ਦੇਸ਼ ਭਗਤ ਸੀ। ਹਾਂ, ਪੂਰਾ ਤਕੜਾ। ਹਾਂ, ਉਹ ਦੇਸ਼ ਭਗਤ ਸੀ। ਕਹਿੰਦੇ ਉਹਦੀ ਨਾ ਪਲੇਟ ਲੱਗੀ ਹੋਈ ਆ ਉੱਥੇ ਆਪਣੇ ਅੰਡੇਮਾਨ ਨਿਕੋਬਾਰ ਜੀ ਜੀ ਕਿ ਜੀ ਇਹ ਬਹੁਤ ਵੱਡਾ ਦੇਸ਼ ਭਗਤ ਸੀ। ਜਿਹੜੀ ਪਲੇਟ ਲੱਗੀ ਆ ਉਹ ਇਹਨਾਂ ਨੇ ਨੰਬਰ 1 ਤੇ ਲਾਈ ਵੀ ਹੈ। ਪਰ ਉਸ ਦੇਸ਼ ਭਗਤ ਦਾ ਇਹ ਇੰਨਾ ਕੁ ਪਤਾ ਕਿ ਮਾਫੀਆਂ ਮੰਗੀ ਜਾਂਦਾ ਸੀ। ਜੇਲ੍ਹ 'ਚ ਬੈਠਾ ਚਿੱਠੀਆਂ ਲਿਖਦਾ ਸੀ ਵੀ ਮੈਂ ਤੁਹਾਡੇ ਬਾਹਲਾ ਕੰਮ ਆਊਂਗਾ, ਮੈਨੂੰ ਬਾਹਰ ਕੱਢ ਲਓ। ਉਹ ਕਹਿੰਦੇ ਇਹਨਾਂ ਨੇ ਤਾਂ ਆਜ਼ਾਦੀ ਦੀ ਲੜਾਈ ਨਹੀਂ ਲੜੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ, ਇਹਨੂੰ ਤਾਂ ਅਸੀਂ ਇੱਕ ਮੁਖਤਿਆਰਨਾਮਾ ਜਿਹਾ ਦਿੱਤਾ ਸੀ ਹਾਂ, ਵੀ ਤੁਸੀਂ ਭਾਈ ਆ ਕੰਮ ਕਰੋ, ਆ ਮੁਖਤਿਆਰਨਾਮਾ ਤੁਹਾਡੇ ਕੋਲੇ, ਤੁਸੀਂ ਕੰਮ ਕਰੋ, ਤੁਹਾਨੂੰ ਅਸੀਂ ਆ ਡਿਊਟੀ ਦੇਤੀ ਹੈ। ਲੋਕਾਂ ਨੇ ਡਿਊਟੀ ਦਿੱਤੀ ਹੈ, ਵੋਟਾਂ ਲੋਕਾਂ ਨੇ ਪਾਈਆਂ। ਪਰ ਜੇ ਅੱਗ ਨੂੰ ਉਹ ਆਈ ਤੇ ਘਰ-ਬਾਰ ਦੀ ਮਾਲਕਣ ਬਣ ਚਲੇ, ਕਹਿੰਦੇ ਫਿਰ ਅਸੀਂ ਐ ਕਿਵੇਂ ਬਣ ਦੇ ਦਾਂਗੇ? ਉਹ ਕਹਿੰਦੇ ਜੀ ਅਸੀਂ ਨਹੀਂ ਇਹਨਾਂ ਨੂੰ ਕਰ ਦੇਣਾ ਸਾਰਾ ਕੁਛ। ਉਹ ਤੋਂ ਪਹਿਲਾਂ ਇੱਕ ਹੋਰ ਸਿਆਪਾ ਪਿਆ ਵਾ ਜੀ। ਉਹ ਕਹਿੰਦੇ ਜੀ ਰਾਹੁਲ ਗਾਂਧੀ ਟਰੈਕਟਰ ਲੈ ਕੇ ਪਹੁੰਚ ਗਿਆ ਸੀ ਪਾਰਲੀਮੈਂਟ 'ਚ। ਅੱਛਾ ਜੀ। ਨਾਲ ਪੰਜਾਬ ਵਾਲੇ ਪਾਰਲੀਮੈਂਟ ਦੇ ਮੈਂਬਰ ਵੀ ਸੀ ਤੇ ਹਰਿਆਣੇ ਵਾਲੇ ਵੀ ਸੀਗੇ। ਕਹਿੰਦੇ ਵੀ ਦਿੱਲੀ ਪੁਲਿਸ ਉੱਥੇ ਫੇਲ ਹੋ ਗਈ। ਅੱਛਾ ਜੀ। ਦਿੱਲੀ ਪੁਲਿਸ ਫੇਲ ਹੋ ਗਈ ਤੇ ਹੁਣ ਦਿੱਲੀ ਪੁਲਿਸ ਨੂੰ ਕਹਿੰਦੇ ਕਾਮਯਾਬ ਕਰਨੇ। ਅੱਛਾ, ਵੀ ਟਰੈਕਟਰ ਕਿਵੇਂ ਜਾਵੜਿਆ? ਹਾਂ, ਕਾਮਯਾਬ ਫਿਰ ਇਹ ਕਰਨਾ ਵੀ ਕਿਸਾਨਾਂ ਦੀ ਫਿਰ ਜਿਹੜੀ ਆ ਐਜੀਟੇਸ਼ਨ ਖਤਮ ਕਰਾਉਣੀ ਪੈਣੀ। ਕਹਿੰਦੇ ਹੋਰ ਤਾਂ ਕੋਈ ਕਰ ਨਹੀਂ ਸਕਦਾ। ਹਾਂ, ਕਿਉਂਕਿ ਪ੍ਰੋਫੈਸ਼ਨਲ ਪੁਲਿਸ ਅਫਸਰ ਜਿਹੜੇ ਹੈਗੇ ਉਹ ਕਦੇ ਧੱਕਾ ਨਹੀਂ ਕਰਦੇ। ਬਿਲਕੁਲ ਤੁਹਾਡੀ ਉਹ ਨੈਗੋਸ਼ੀਏਸ਼ਨ ਕਰਦੇ ਹੁੰਦੇ ਆ, ਗੱਲਬਾਤ ਨਿਪਟਾਉਂਦੇ ਆ ਜੀ, ਆਹ ਕਰੋ ਜੀ, ਆਪਾਂ ਆਹ ਕਰੋ, ਕਿਸੇ ਸਿੱਟੇ ਤੇ ਪਹੁੰਚ ਜੀਏ। ਇਹ ਕਹਿੰਦੇ ਵੀ ਰਾਕੇਸ਼ ਅਸਥਾਨਾ ਨੂੰ ਲਿਆਉਣ ਦਾ ਕਾਰਨ ਹੀ ਹੈ ਕਿ 15 ਅਗਸਤ ਦੀ ਤਿਆਰੀ ਕਰਾਉਣੀ, ਜਿਵੇਂ 26 ਜਨਵਰੀ ਦੀ ਵੀ ਤਿਆਰੀ ਕਰਵਾਈ ਸੀ ਨਾ, ਜਿਹੜੀ ਉਹ ਹੈਸਲ ਕੀਤੀ ਸੀ। ਕਹਿੰਦੇ ਉਹਦਾ ਕੰਮ ਖਰਾਬ ਹੋ ਗਿਆ। ਸ਼ਾਇਦ ਹੁਣ ਰਾਕੇਸ਼ ਅਸਥਾਨਾ ਇਹਦੀ ਪੂਰੀ ਕਰਦੇ, ਪਰ ਮੇਰਾ ਖਿਆਲ ਹੈ ਵੀ 15 ਅਗਸਤ ਤੋਂ ਪਹਿਲਾਂ ਸ਼ਾਇਦ ਸੁਪਰੀਮ ਕੋਰਟ ਦਾ ਕੋਈ ਨੋਟਿਸ ਲੈ ਲਵੇ। ਚਲੋ ਦੇਖਦੇ ਆ ਜੀ ਕੀ ਬਣਦਾ। ਪਰ ਹੁਣ ਕਹਿੰਦੇ ਵੋਟਾਂ ਦੀ ਇਹ ਤਾਂ ਵੀ ਧੱਕੇ ਦੀ ਗੱਲ ਕਰ ਲਈ ਤੁਸੀਂ। ਹੁਣ ਕਹਿੰਦੇ ਵੋਟਾਂ ਲਈ ਵੀ ਕਹਿੰਦੇ ਕੰਮ ਸ਼ੁਰੂ ਕਰਤਾ। ਦਲਿਤ ਵੋਟ ਬੈਂਕ ਨੂੰ ਭਰਮਾਉਣ ਦੇ ਲਈ ਪਹਿਲਾਂ ਤਾਂ ਉਹਨਾਂ ਦੇ ਲਈ ਕਹਿੰਦੇ ਕੋਈ ਬਿੱਲ ਲਿਆਉਣ ਦੀ ਤਿਆਰੀ ਹੈ, ਉਹਨਾਂ ਦੀ ਭਲਾਈ ਦਾ ਬਿੱਲ ਅੱਗੇ ਜੀ। ਹਾਂ, ਬਿਲਕੁਲ। ਜਿਹੜੀ ਸਭ ਤੋਂ ਵੱਡੀ ਦਲਿਤ ਵੋਟ ਬੈਂਕ ਹੈ, ਜਿਹੜਾ ਵੋਟ ਬੈਂਕ ਆਪਾਂ ਦੇਖੀਏ ਜਿਹੜਾ ਬੱਜਮਾ ਪੰਜਾਬ ਦੇ ਵਿੱਚ ਜੇ ਦੇਖੀਏ ਅਸੀਂ ਤਾਂ ਲਗਭਗ 2011 ਦੀ ਜਿਹੜੀ ਹੋਈ ਸੀਗੀ ਮਰਦਮਸ਼ੁਮਾਰੀ, ਉਹਦੇ ਮੁਤਾਬਕ 32% ਜਿਹੜੀ ਹੈਗੀ ਹੈ ਪਾਪੂਲੇਸ਼ਨ ਉਹ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ। ਇਹ 2011 ਦਾ ਹੈ। ਅੱਛਾ ਜੀ। ਤੇ ਹੁਣ ਚੱਲਦਾ 2021। 10 ਸਾਲ ਹੋ ਗਏ ਤੇ 10 ਸਾਲਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਇਹ ਰੇਸ਼ੋ ਵੱਧ ਗਈ। ਅੱਜ ਦੀ ਘੜੀ ਜੇ ਆਪਾਂ ਦੇਖੀਏ ਤਾਂ ਲੱਗਦਾ ਇਹ ਹੈ ਕਿ 34% ਜਿਹੜੀ ਹੈਗੀ ਹੈ ਪਾਪੂਲੇਸ਼ਨ ਜਾਂ ਬਸੋਂ ਹੈ ਜਿਹੜੀ ਉਹ ਦਲਿਤ ਭਾਈਚਾਰੇ ਦੀ ਹੋਊਗੀ ਜੀ। ਸਭ ਤੋਂ ਵੱਡਾ ਵੋਟ ਬੈਂਕ ਇਹ ਹੈ। ਔਰ ਦਲਿਤ ਭਾਈਚਾਰੇ ਦੀ ਜਦੋਂ ਅਸੀਂ ਗੱਲ ਕਰਦੇ ਤੇ ਦਲਿਤ ਭਾਈਚਾਰੇ ਦੇ ਵਿੱਚ ਸਾਰੇ ਫਿਰਕੇ ਹੈਗੇ। ਦਲਿਤ ਭਾਈਚਾਰੇ 'ਚ ਸਿੱਖ ਭਾਈਚਾਰਾ ਵੀ ਹੈਗਾ ਜੀ। ਸਾਡੇ ਜਿਹੜੇ ਮਜ਼੍ਹਬੀ ਸਿੱਖਾਂ ਮਾਲਵੇ ਵਾਲੇ ਇਹ ਜ਼ਿਆਦਾਤਰ ਸਿੱਖਾਂ ਨੂੰ ਆਉਂਦੇ ਹੈ। ਮਾਲਵੇ ਵਾਲੇ ਜਿਹੜੇ ਰਮਦਾਸੀਏ ਸਿੱਖ ਹੈ ਉਹਨਾਂ ਵਿੱਚ ਵੀ ਸਿੱਖਾਂ ਨੂੰ ਆਉਂਦੇ ਹੈ। ਸਿੱਖਾਂ ਵਾਲੇ ਪਾਸੇ ਆਉਂਦੇ ਗਿਣਤੀ ਹੁੰਦੀ ਹੈ। ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਆਉਂਦੇ ਹੈ, ਬੋਧੀ ਵੀ ਆਉਂਦੇ ਹੈ, ਤੇ ਜੇ ਦੂਸਰੇ ਦੇਖ ਲਈਏ ਤੁਹਾਡੇ ਈਸਾਈ ਵੀ ਹੈਗੇ ਹੈ। ਉਹ ਸਾਰੇ ਲੋਕ ਆਉਂਦੇ ਹੈ। ਤੇ ਇਹ ਇੱਕ ਇਹੋ ਜਿਹੀ ਮਤਲਬ ਜਿਹੜੀ ਹੈਗੀ ਹੈ ਬੱਜਵੀਂ ਵੋਟ ਬੈਂਕ ਹੈ। ਜੇ ਜਿਹੜੀ ਪਾਰਟੀ ਇਹਨਾਂ ਨੂੰ ਖੁਸ਼ ਕਰ ਲੂਗੀ ਇਹ ਉਧਰ ਨੂੰ ਭੁਗਤ ਜਾਣਗੇ ਜੀ। ਔਰ ਬੜੇ ਲੰਬੇ ਸਮੇਂ ਤੋਂ ਦਲਿਤਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਬਣਦੇ ਉਹਨਾਂ ਦੇ ਹੱਕ ਹਕੂਕ ਦਿੱਤੇ ਜਾਣ। ਆਮ ਤੌਰ ਦੇ ਉੱਤੇ ਆਪਾਂ ਦੇਖੀਏ ਰਿਜ਼ਰਵੇਸ਼ਨ ਦੀ ਜਦੋਂ ਗੱਲ ਆਉਂਦੀ ਹੈ ਜੀ, ਰਿਜ਼ਰਵੇਸ਼ਨ ਦੇ ਦੇ ਜੀ, ਕਹਿੰਦੇ ਰਿਜ਼ਰਵੇਸ਼ਨ ਦੇ ਨਾਲ ਅਸੀਂ ਵਿਤਕਰੇਬਾਜ਼ੀ ਖਤਮ ਕਰ ਦੇਂਗੇ। ਉਹ ਖਤਮ ਹੋ ਹੀ ਨਹੀਂ ਸਕਦਾ ਕਿਉਂਕਿ ਰਿਜ਼ਰਵੇਸ਼ਨ ਅੱਜ ਜਿਨ੍ਹਾਂ ਲੋਕਾਂ ਨੂੰ ਰਿਜ਼ਰਵੇਸ਼ਨ ਦਿੱਤੀ ਹੈ ਕੋਈ ਲੋੜਵੰਦ ਹੈ ਜੀ, ਉਹਨੂੰ ਅੱਜ ਰਿਜ਼ਰਵੇਸ਼ਨ ਦੇਤੀ, ਉਹਨੂੰ ਦੇਤੀ, ਉਹਦੀ ਵਾਈਫ ਨੂੰ ਦੇਤੀ, ਤੇ ਉਹਨੇ ਨੌਕਰੀ ਲਾ ਕੇ ਉਹਨਾਂ ਦਾ ਬੱਚਾ ਆ ਗਿਆ ਜਿਹੜਾ ਰਿਜ਼ਰਵੇਸ਼ਨ ਉਹਨੂੰ ਵੀ ਮਿਲਣੀ। ਕਈ ਵਾਰੀ ਬੰਦਾ ਮਤਲਬ ਜਿਹੜਾ ਹੈਗਾ ਜਦੋਂ ਦੋ ਤਨਖਾਹਾਂ ਆਉਣ ਲੱਗ ਜਾਣ ਆਪ ਹੋ ਜਾਂਦਾ ਹੈ। ਚਲੋ ਤਨਖਾਹਾਂ ਵਾਲਿਆਂ ਨੂੰ ਛੱਡ ਵੀ ਦਈਏ, ਆਪਾਂ ਛੋਟੇ ਮੁਲਾਜ਼ਮਾਂ ਨੂੰ ਛੱਡ ਦਈਏ ਤੇ ਵੱਡਿਆਂ ਤੇ ਆ ਜਾਓ। ਜਿਹੜੇ ਵਜ਼ੀਰ ਬਣ ਜਾਂਦੇ ਹੈ, ਵਜ਼ੀਰਾਂ ਦੇ ਪੁੱਤ ਹੀ ਫਿਰ MLA ਬਣਦੇ ਹੈ, ਵਜ਼ੀਰਾਂ ਦੇ ਪੁੱਤ ਫਿਰ ਮੁੜ ਕੇ ਵਜ਼ੀਰ ਵੀ ਬਣ ਜਾਂਦੇ ਆ। ਇਸੇ ਤਰੀਕੇ ਅਸੀਂ ਦੇਖੀਏ IAS ਦੇ IAS ਤੇ IPS ਤੇ IPS ਇਹ ਇਸ ਤਰ੍ਹਾਂ ਦਾ ਬਣਦਾ ਜਾਂਦਾ ਤੇ ਇਹ ਲੋਕ ਸਾਰੇ ਕ੍ਰੀਮੀ ਲੇਅਰ 'ਚ ਆ ਜਾਂਦੇ। ਗਰੀਬ ਫਿਰ ਗਰੀਬ ਰਹਿ ਜਾਂਦੇ, ਰਿਜ਼ਰਵੇਸ਼ਨ ਦਾ ਫਾਇਦਾ ਇਹ ਲੈ ਜਾਂਦੇ ਜੀ। ਇਹ ਆਪਾਂ ਦੇਖਦੇ ਰਹੇ। ਇਸ ਕਰਕੇ ਉਹਨਾਂ ਦੀ ਬੜੀ ਵੱਡੇ ਸਮੇਂ ਤੋਂ ਮੰਗ ਸੀ ਦਲਿਤ ਭਾਈਚਾਰੇ ਦੀ ਕਿ ਸਾਡੀ ਜਿਹੜੀ ਹੈਗੀ ਹੈ ਅਪਲਿਫਟ ਕਰਨ ਵਾਸਤੇ ਠੋਸ ਉਪਰਾਲੇ ਕੀਤੇ ਜਾਣ। ਤੇ ਉਹਨਾਂ ਠੋਸ ਉਪਰਾਲਿਆਂ ਦੇ ਵਿੱਚ ਇਹ ਹੁੰਦਾ ਕਿ ਉਹਨਾਂ ਨੂੰ ਜਿਹੜਾ ਹੈਗਾ ਸਮਾਜ ਦੇ ਵਿੱਚ ਵਧਣ ਫੁੱਲਣ ਦੇ ਮੌਕੇ ਬਰਾਬਰ ਹੋਣੇ ਚਾਹੀਦੇ ਜੀ ਜੀ। ਤੇ ਸਮਾਜ ਦੇ ਵਿੱਚ ਵਧਣ ਫੁੱਲਣ ਦੇ ਮੌਕੇ ਆਪਾਂ ਉਹਨਾਂ ਨੂੰ ਦਿਨੇ ਕਿਨੇ ਕਾ। ਮੈਂ ਇੱਕੋ ਹੀ ਮਿਸਾਲ ਦੇਣੀ ਚਾਹੂੰਗਾ। ਤੁਸੀਂ ਵੀ ਪਿੰਡਾਂ ਨਾਲ ਸੰਬੰਧਿਤ ਹੋ, ਮੈਂ ਵੀ ਪਿੰਡਾਂ ਨਾਲ ਸੰਬੰਧਿਤ ਹੈ। ਪਿੰਡਾਂ ਦੇ ਵਿੱਚ ਜ਼ਮੀਨ ਹੁੰਦੀ ਹੈ ਸ਼ਾਮਲਾਤ ਦੀ ਜੀ, ਜਿਹਨੂੰ ਅਸੀਂ ਪੰਚਾਇਤੀ ਜ਼ਮੀਨ ਕਹਿ ਦਿੰਦੇ ਹਾਂ। ਪੰਚਾਇਤੀ ਜ਼ਮੀਨ ਦੇ ਵਿੱਚੋਂ ਚੌਥਾ ਹਿੱਸਾ ਦਲਿਤ ਭਾਈਚਾਰਿਆਂ ਵਾਸਤੇ ਰਿਜ਼ਰਵ ਹੈ। ਉਹ ਦਲਿਤ ਭਾਈਚਾਰੇ ਦੇ ਨਾਂ ਦੇ ਉੱਤੇ ਅਲਾਟ ਵੀ ਹੁੰਦੀ ਹੈ, ਲੇਕਿਨ ਕਾਸ਼ਤ ਦਲਿਤ ਭਾਈਚਾਰਾ ਨਹੀਂ ਕਰਦਾ।
ਜਿਹੜਾ ਪਿੰਡ ਦਾ ਸਰਪੰਚ ਹੁੰਦਾ ਹੈ ਜਾਂ ਜਿਹੜੇ ਸਰਪੰਚ ਦੇ ਗਰੁੱਪ ਦੇ ਬੰਦੇ ਪੰਚਾਇਤ ਮੈਂਬਰ ਹੁੰਦੇ ਆ, ਉਹ ਲੈ ਜਾਂਦੇ ਆ, ਉਹ ਲੈ ਲੈਂਦੇ ਆ ਤੇ ਕਿਸੇ ਦਲਿਤ ਭਾਈਚਾਰੇ ਦੇ ਬੰਦੇ ਨੂੰ 2 ਦਿਨ ਦਾਰੂ ਪਿਆ ਕੇ ਉਹਨੂੰ ਲਿਆ ਕੇ ਅੰਗੂਠਾ ਉਹਦਾ ਲਵਾ ਲੈਂਦੇ ਆ। ਜਿਵੇਂ ਸਰਪੰਚੀ ਵੀ ਆਪਾਂ ਵੇਖਦੇ ਹੀ ਆ, ਸਰਪੰਚੀ ਵੀ ਆਪਾਂ ਦੇਖਦੇ ਹਾਂ। ਸਰਪੰਚੀ ਨਾਲੋਂ ਇਹ ਜ਼ਿਆਦਾ, ਚਲੋ ਸਰਪੰਚੀ ਤਾਂ ਫਿਰ ਵੀ ਅਗਲੇ ਦਾ ਅੰਗੂਠਾ ਲੱਗਦਾ ਨਾ, ਉਹਦਾ ਤਾਂ ਇੱਕ ਵਾਰੀ ਅੰਗੂਠਾ ਲਵਾ ਲਿਆ, ਉਹਨੂੰ ਕਹਿੰਦਾ ਠੀਕ ਹੈ ਪੈਸੇ ਉਹਦੇ ਆਪ ਭਰਤੇ, ਸਸਤਾ ਜਿਹੇ ਰੇਟ ਦੇ ਉੱਤੇ ਲੈ ਲਈ ਤੇ ਮੁੜ ਕੇ ਉਹ ਕਾਸ਼ਤ ਆਪ ਕਰਦੇ ਆ, ਕਮਾਈ ਉਹਦੇ 'ਚ ਉਹ ਆਪ ਕਰਦੇ ਜੀ। ਇਹਦੇ ਖਿਲਾਫ ਇੱਕ ਮੁਹਿੰਮ ਉੱਠੀ ਸੀ, ਤੁਹਾਡੇ ਯਾਦ ਹੋਣਾ, ਤੇ ਮੁਹਿੰਮ ਉੱਠੀ ਸੀ ਸੰਗਰੂਰ ਜ਼ਿਲ੍ਹੇ 'ਚ ਜੀ। ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਕੋਈ ਚੇਤਨ ਦਲਿਤ ਆਗੂ ਸੀ, ਉਹਨਾਂ ਨੇ ਸਮਝਾਇਆ ਉਹਨਾਂ ਨੂੰ ਵੀ ਭਲਿਓ ਮਾਨਸੋ ਆਪਣੀਆਂ ਜ਼ਮੀਨਾਂ ਹੈ ਜੀ ਤੇ ਆਪਾਂ ਇਹ ਕਿਸੇ ਦੇ ਡਿੱਕੇ ਕਿਉਂ ਚੜ੍ਹਦੇ, ਆਪਾਂ ਆਪ ਨਾ ਲੈ ਲਈਏ। ਉਹਦਾ ਵਿਰੋਧ ਵੀ ਹੋਇਆ, ਜਿਹੜੇ ਦੂਜੇ ਆਪਾਂ ਪੰਚਾਇਤਾਂ ਵਾਲੇ ਕਹਿ ਦਈਏ ਚੌਧਰੀ ਹੈ, ਜਿਹੜੇ ਚੌਧਰੀਆਂ ਨੇ ਵਿਰੋਧ ਵੀ ਕੀਤਾ, ਲੇਕਿਨ ਉਹ ਕੋਈ ਜਥੇਬੰਦੀਆਂ ਇਹੋ ਜਿਹੀਆਂ ਸੀ, ਕੁਝ ਪਿੰਡਾਂ ਦੇ ਵਿੱਚ ਉਹਨਾਂ ਨੇ ਇਹ ਫਾਰਮੂਲਾ ਲਾਗੂ ਕਰਵਾ ਲਿਆ। ਅੱਛਾ ਜੀ। ਉਹਨਾਂ ਨੇ ਜੀ ਲੜਾਈ ਲੜੀ ਕਿ ਸਾਡੀ ਚੌਥੇ ਹਿੱਸੇ ਦੀ ਜ਼ਮੀਨ ਸਾਨੂੰ ਦਿਓ ਜੀ। ਔਰ ਫਿਰ ਉਹਨਾਂ ਨੇ ਜਿਵੇਂ ਆਪਾਂ ਕੋਆਪਰੇਟਿਵ ਸੁਸਾਇਟੀ ਬਣਾਉਣੇ ਹੈ, ਭਾਵੇਂ ਕੋਆਪਰੇਟਿਵ ਸੁਸਾਇਟੀ ਤਾਂ ਨਹੀਂ ਬਣਾਈ, ਉਹਨਾਂ ਨੇ ਇੱਕ ਕਮੇਟੀ ਬਣਾ ਲਈ ਜੀ। ਕਮੇਟੀ ਦੇ ਆਧਾਰ ਦੇ ਉੱਤੇ ਉਹਨਾਂ ਨੇ ਜੀ ਉਹ ਜ਼ਮੀਨਾਂ ਦੇ ਵਿੱਚ ਮਤਲਬ ਜਿਹੜੀ ਕਾਸ਼ਤ ਸ਼ੁਰੂ ਕਰਤੀ। ਸਾਂਝਾ ਖਰਚਾ ਕਿੰਨਾ ਹੋਣਾ, ਕਿਸੇ ਜੀ ਦੇ ਕੋਲ ਪੈਸੇ ਨਹੀਂ, ਉਹਨੇ ਕੰਮ ਲਾਣਾ, ਸਾਰਿਆਂ ਨੇ ਕਰ ਕਰਾ ਕੇ ਜੀ। ਖਾਣ ਜੋਗਰੇ ਦਾਣੇ ਵੀ ਆ ਗਏ ਤੇ ਪਸ਼ੂਆਂ ਵਾਸਤੇ ਤੂੜੀ ਵੀ ਆ ਗਈ ਜੀ। ਉਹ ਫਾਰਮੂਲਾ ਬਹੁਤ ਵਧੀਆ ਰਿਹਾ। ਹੁਣ ਉਹਦੇ 'ਚ ਜਿਵੇਂ ਉਹ ਫਾਰਮੂਲਾ ਵਧੀਆ ਰਿਹਾ ਤੇ ਉਸ ਹਿਸਾਬ ਨਾਲ ਦਲਿਤ ਭਾਈਚਾਰੇ ਦੀ ਵੀ ਬਹੁਤ ਲੰਬੀ ਡਿਮਾਂਡ ਸੀ ਕਿ ਸਾਨੂੰ ਅਪਲਿਫਟ ਕਰਨ ਵਾਸਤੇ ਭਾਈ ਸਾਹਿਬ ਬਜਟ ਦੇ ਵਿੱਚ ਸਾਡਾ ਬਰਾਬਰ ਦਾ ਰੱਖੋ ਸਿਲਸਿਲਾ। ਹੁਣ ਇੱਕ ਨਵਾਂ ਜਿਹੜਾ ਹੈਗਾ ਕਾਨੂੰਨ ਉਹ ਲੈ ਕੇ ਆ ਰਹੇ ਹੈ ਜੀ, ਐਕਟ ਬਣਾ ਰਹੇ ਹੈ ਪੰਜਾਬ ਦੀ ਵਿਧਾਨ ਸਭਾ 'ਚ, ਔਰ ਉਹ ਐਕਟ ਜਿਹੜਾ ਹੈਗਾ ਪਹਿਲਾਂ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਹੋਣਾ, ਉਹ ਤੋਂ ਪਹਿਲਾਂ ਮੰਤਰੀ ਮੰਡਲ 'ਚ ਪੇਸ਼ ਹੋਣਾ। ਜੇ ਮੰਤਰੀ ਮੰਡਲ ਪਾਸ ਕਰੂਗਾ ਤੇ ਪਾਸ ਕਰਨ ਤੋਂ ਬਾਅਦ ਫਿਰ ਉਹ ਵਿਧਾਨ ਸਭਾ 'ਚ ਜਾਊਗਾ। ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੈਗੀ ਹੈ ਲਗਭਗ 1.5 ਮਹੀਨੇ 1.5 ਮਹੀਨੇ ਤੋਂ ਹੋਈ ਨਹੀਂ। ਅੱਛਾ ਜੀ। ਕਿਉਂਕਿ ਕਾਂਗਰਸ ਪਾਰਟੀ ਦਾ ਆਪਣਾ ਘਟੋ ਕਲੇਸ਼ ਸੀ ਤੇ ਹੁਣ ਅਗਲੇ ਦਿਨਾਂ 'ਚ ਮੰਤਰੀ ਮੰਡਲ ਦੀ ਬੈਠਕ ਹੋਣ ਵਾਲੀ ਹੈ, ਉਹਦੇ ਵਿੱਚ ਕਾਫੀ ਸਾਰੇ ਫੈਸਲੇ ਹੋਣਗੇ ਜੀ। ਉਹਦੇ ਵਿੱਚ ਜਿਹੜਾ ਲੇਟੈਸਟ ਉਹਨਾਂ ਨੇ ਲੈ ਕੇ ਆਂਦਾ ਹੈ, ਇਹਦੇ ਵਾਸਤੇ ਝੰਡੀ ਲੈਂਦੀ ਹੈ ਵਿਧਾਨ ਸਭਾ ਦਾ ਜਿਹੜਾ ਆਉਣ ਵਾਲਾ ਸੈਸ਼ਨ ਹੈ, ਉਹਦੇ 'ਚ ਜਿਹੜਾ ਕਾਨੂੰਨ ਬਣਨਾ ਹੈ ਜੀ, ਉਸ ਕਾਨੂੰਨ ਦਾ ਨਾਂ ਜੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦੀ ਭਲਾਈ ਤੇ ਵਿਕਾਸ ਜੀ ਉਪ ਵੰਡ ਬਿੱਲ 2021 ਜੀ। ਇਹ ਕਹਿੰਦੇ ਕਰੂਗਾ ਕੀ ਜੀ, ਕਹਿੰਦੇ ਜਿਹੜੇ ਵਿੱਤੀ ਵਸੀਲੇ ਆ ਉਹਨਾਂ ਦੀ ਯੋਜਨਾਬੰਦੀ ਕਰੂਗਾ। ਅੱਛਾ ਜੀ। ਪ੍ਰਬੰਧ ਕਰੂਗਾ ਤੇ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ। ਇਹਦੇ ਨਾਲ ਹੀ ਉਹ ਕਹਿੰਦੇ ਵੀ ਇਹ ਜਿਹੜੀ ਇੱਕ ਇੰਸਟੀਟਿਊਸ਼ਨਲ ਪ੍ਰਣਾਲੀ ਹੈ ਜਿਹਨੂੰ ਆਪਾਂ ਸੰਸਥਾਗਤ ਕਹਿ ਦਿੰਦੇ ਹਾਂ, ਉਹਨੂੰ ਅਮਲ 'ਚ ਲਿਆਉਣਾ ਜ਼ਰੂਰੀ ਹੈ ਜੀ। ਤੇ ਜੇ ਉਹਨੂੰ ਅਮਲ 'ਚ ਲਿਆਉਣਾ ਜ਼ਰੂਰੀ ਹੈ ਤਾਂ ਫਿਰ ਇਹ ਵੀ ਜ਼ਰੂਰੀ ਹੈ, ਲਾਜ਼ਮੀ ਹੈ ਕਿ ਅਨੁਸੂਚਿਤ ਜਾਤੀਆਂ ਲਈ ਸਰਬ ਪੱਖੀ ਵਿਕਾਸ ਯਕੀਨੀ ਬਣਾਉਣ ਲਈ ਅੱਛਾ ਜੀ ਉਹਨਾਂ ਨੂੰ ਮੰਚ ਮੁਹੱਈਆ ਕਰਵਾਉਣਾ ਪੈਣਾ। ਇਹਦੇ ਰਾਹੀਂ ਮੰਚ ਮੁਹੱਈਆ ਹੋਊਗਾ, ਔਰ ਇਹ ਮੰਚ ਮੁਹੱਈਆ ਕਰਵਾਉਣ ਵਾਸਤੇ ਜਿਹੜਾ ਸਾਰਾ ਕੁਝ ਲੈਂਦਾ ਤੇ ਫਿਰ ਇਹਦੇ ਵਾਸਤੇ ਬਜਟ ਦਾ ਪ੍ਰਬੰਧ ਵੀ ਅਲੱਗ ਕਰਨਾ ਪਊਗਾ। ਅੱਛਾ ਜੀ। ਬਜਟ ਦਾ ਪ੍ਰਬੰਧ ਅਲੱਗ ਕਰਨਾ ਪਊਗਾ। ਇਹਦੇ 'ਚ ਜਿਹੜਾ ਡਾਇਰੈਕਟੋਰੇਟ ਹੈ, ਆਪਾਂ ਕਹਿ ਸਕਦੀਏ SC ST ਵਾਲਾ, ਉਹ ਡਾਇਰੈਕਟੋਰੇਟ ਚਾਹੇ ਤਾਂ ਉਹ ਰਵੇ ਤੇ ਉਹਦੇ ਵਿੱਚ ਇੱਕ ਉਹਨਾਂ ਨੂੰ ਅਲੱਗ ਸੈੱਲ ਬਣਾਉਣਾ ਪੈਣਾ, ਨਹੀਂ ਤਾਂ ਡਾਇਰੈਕਟੋਰੇਟ ਵੀ ਵੱਖਰਾ ਬਣਾਉਣਾ ਪੈਣਾ ਜੀ। ਔਰ ਇਹਦੀ ਜਿਹੜੀ ਨਿਗਰਾਨੀ ਕਮੇਟੀਆਂ ਉਹ ਜ਼ਿਲ੍ਹਿਆਂ ਤੋਂ ਲੈ ਕੇ ਸਟੇਟ ਤੱਕ ਹੋਣਗੀਆਂ, ਬਲਾਕਾਂ 'ਚ ਵੀ ਹੋਣਗੀਆਂ। ਜੀ ਜੀ। ਇਹ ਕਹਿੰਦੇ ਜੀ ਅਸੀਂ ਬਿੱਲ ਲੈ ਕੇ ਆ ਰਹੇ ਹਾਂ। ਇਹ ਜਦੋਂ ਬਿੱਲ ਆ ਰਿਹਾ ਹੈ ਤੇ ਅੱਜ ਇੱਕ ਹੋਰ ਤੁਸੀਂ ਇਨਸੀਡੈਂਟ ਦੇਖੀ ਹੋਣੀ ਹੈ, ਉਹ ਇਨਸੀਡੈਂਟ ਹੈ ਕਿ ਅੱਜ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਮੀਟਿੰਗ ਕੀਤੀ ਹੈ ਜੀ, ਔਰ ਉਹ ਮੀਟਿੰਗ ਕੀਤੀ ਹੈ ਚੰਡੀਗੜ੍ਹ ਪੰਜਾਬ ਕਾਂਗਰਸ ਦੇ ਦਫ਼ਤਰ ਦੇ ਵਿੱਚ ਜੀ। ਉਹਨਾਂ ਨੇ ਅੱਜ ਦਲਿਤ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਅੱਛਾ ਜੀ। ਇਹਦਾ ਮਤਲਬ ਹੈ ਕਿ ਦੋਨਾਂ ਪਾਸਿਓਂ ਤੋਂ ਕੰਮ ਹੋਣਾ ਸ਼ੁਰੂ ਹੋ ਗਿਆ। ਸਰਕਾਰ ਵਾਲੇ ਪਾਸੇ ਤੋਂ ਇਹ ਕਾਨੂੰਨ ਬਣਾਉਣ ਦੀ ਤਿਆਰੀ ਕਰ ਲਈ ਤੇ ਨਾਲ ਦਲਿਤ ਭਾਈਚਾਰੇ ਦੇ ਵਿਧਾਇਕਾਂ ਨੂੰ ਸੱਦ ਕੇ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਬਰੀਫ ਕੀਤਾ ਹੋਣਾ ਜੀ ਜੀ ਕਿ ਭਾਈ ਆਹ ਗੱਲ ਕਰਨੀ ਤੇ ਇਹ ਅੱਗੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਫਿਰ ਪ੍ਰਚਾਰ ਕਰੋ ਦਲਿਤ ਭਾਈਚਾਰੇ 'ਚ ਕਿ ਤੁਹਾਡੇ ਲਈ ਸਰਕਾਰ ਕਿਹੜੀ ਚੰਗੀ। ਜੀ ਜੀ। ਸੋ ਜਿਵੇਂ ਤੁਸੀਂ ਕਿਹਾ ਕਿ ਚੋਣਾਂ ਦਾ ਆ ਗਿਆ ਵਕਤ ਨੇੜੇ, ਫਿਰ ਕਾਨੂੰਨ ਵੀ ਬਣਨੇ ਹੁੰਦੇ ਤੇ ਕਾਇਦੇ ਵੀ ਬਣਨੇ ਹੁੰਦੇ ਹੈ। ਤੇ ਮੇਰੇ ਖਿਆਲ ਮੁਤਾਬਕ ਆ ਵੀ ਅੱਜ ਅਜੇ ਤੱਕ ਆਪਣੇ ਕੋਲ ਇਨਫੋਰਮੇਸ਼ਨ ਨਹੀਂ ਵੀ ਹੋਇਆ ਕੀ ਹੈ। ਕੱਲ ਇੱਕ ਮਹਾਰੈਲੀ ਹੋਈ ਸੀ ਪਟਿਆਲੇ। ਅੱਛਾ ਜੀ। ਤੇ ਉਹ ਮਹਾਰੈਲੀ ਨੇ ਜਿਹੜੀ ਹੈਗੀ ਕਾਫੀ ਮਤਲਬ ਜਿਹੜਾ ਪ੍ਰਭਾਵ ਪਾਇਆ। ਹਾਂ। ਤੇ ਕੱਲ ਪਹਿਲਾਂ ਤਾਂ ਗੱਲ ਨਹੀਂ ਸੁਣਦੇ ਸੀ ਪੁਲਿਸ ਵਾਲੇ, ਘੋਟੋ ਘੋਟੀ ਹੋ ਗਏ ਸੀਗੇ, ਪੱਗਾਂ ਪੁੱਗਾਂ ਉਤਰ ਗਈਆਂ ਸੀ, ਪਰ ਦੇਰ ਸ਼ਾਮ ਕੱਲ ਫਿਰ ਇਹ ਫੈਸਲਾ ਹੋ ਗਿਆ ਸੀ ਕਿ ਮੰਤਰੀਆਂ ਦੀ ਜਿਹੜੀ ਕਮੇਟੀ ਹੈ ਤੇ ਅਫਸਰਾਂ ਦੀ ਕਮੇਟੀ ਹੈ ਜੀ ਜੀ, ਉਹਦੇ ਨਾਲ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਕਰਵਾਈ ਜਾਊਗੀ। ਅੱਜ ਮੀਟਿੰਗ ਸੀ, ਮੀਟਿੰਗ ਮੇਰਾ ਖਿਆਲ ਸ਼ਾਇਦ ਹੁਣ ਸਮਾਪਤ ਹੋ ਗਈ ਕਿ ਹੋਣੀ ਹੈ। ਉਹ ਮੀਟਿੰਗ ਜਿਹੜੀ ਸੀਗੀ ਅੱਜ ਸੀ ਤੇ ਇਹ ਹੁਣ ਇੱਕ ਦੇਖੋ ਕੀ ਹੈ, ਕਿਹਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਵੋਟ ਬੈਂਕ ਹੈ, ਵੋਟ ਬੈਂਕ ਜੇ ਆਪਾਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਪੈਨਸ਼ਨਰਸ ਹੈ। ਜੀ ਜੀ। ਪੈਨਸ਼ਨਰਸ ਤੋਂ ਬਾਅਦ ਆਉਂਦੇ ਆ ਮੁਲਾਜ਼ਮ ਤੇ ਮੁਲਾਜ਼ਮਾਂ ਦੇ ਨਾਲ ਜੇ ਆਪਾਂ ਦੇਖੀਏ ਮੁਲਾਜ਼ਮਾਂ ਦੇ ਵਿੱਚ ਵੀ ਆਉਂਦੇ ਤੇ ਮੁਲਾਜ਼ਮਾਂ ਤੋਂ ਬਾਹਰ ਵੀ ਆਉਂਦੇ, ਫਿਰ ਆਉਂਦੇ ਆ ਦਲਿਤ ਭਾਈਚਾਰੇ ਦੇ ਲੋਕ। ਇਹਨਾਂ ਸਾਰਿਆਂ ਨੂੰ ਸੇਧਣ ਦਾ ਯਤਨ ਕੀਤਾ ਜਾਂਦਾ ਹੈ। ਜਿਹੜੇ ਆ ਕਹਿੰਦੇ ਨੇ 18 ਨੂੰ ਖਾਤੀ ਪ੍ਰੋਗਰਾਮ, ਹਾਂਜੀ ਹਾਂਜੀ, ਇਹ ਵੀ 18 ਨੂੰ ਖਾਤੀ ਪ੍ਰੋਗਰਾਮ ਦਾ ਇੱਕ ਹਿੱਸਾ ਕਿ ਉਹਨਾਂ ਨੂੰ ਤੁਸੀਂ ਸੇਧੋ। ਜੇ ਉਹਨਾਂ ਦੇ ਹੱਕ ਵਿੱਚ ਕੁਝ ਫੈਸਲੇ ਹੋ ਜਾਂਦੇ, ਉਹਨਾਂ ਨੂੰ ਕੁਝ ਮਿਲ ਜਾਂਦਾ
ਤਾਂ ਨੈਚੁਰਲੀ ਹੈ। ਫਿਰ ਮੈਂ ਕੱਲ੍ਹ ਵੀ ਸ਼ਾਇਦ ਤੁਹਾਡੇ ਕੋਲ ਗੱਲ ਕੀਤੀ ਸੀ, ਕੱਲ੍ਹ ਜਦੋਂ ਮੈਂ ਚੰਡੀਗੜ੍ਹ ਤੋਂ ਆ ਰਿਹਾ ਸਾਂ ਤਾਂ ਰਸਤੇ ਦੇ ਵਿੱਚ ਮੈਂ ਇੱਕ ਹੋਟਲ ਦੇ ਉੱਤੇ ਅਸੀਂ ਚਾਹ ਪਾਣੀ ਪੀਣ ਵਾਸਤੇ ਰੁਕੇ ਤੇ ਉੱਥੇ ਬੱਸਾਂ ਰੁਕੀਆਂ। ਅੱਛਾ ਜੀ। ਮੁਲਾਜ਼ਮ ਆਗੂ ਵੀ ਉੱਥੇ ਮੈਂ ਆਪਸ ਵਿੱਚ ਗੱਲਾਂ ਕਰਦੇ ਵੀ ਆਪਣਾ ਹੋਊਗਾ ਕੁਛ। ਤਾਂ ਇੱਕ ਮੁਲਾਜ਼ਮ ਆਗੂ ਉਹਨਾਂ ਨੂੰ ਕਹਿ ਰਿਹਾ ਸੀ ਗੱਲਾਂ ਦੋ ਹੈ ਜੀ, ਵੀ ਜੇ ਤਾਂ ਇਹ ਸਰਕਾਰ ਨੇ ਆਪਣੀ ਜਿਹੜੀ ਹੈਗੀ ਹਕੂਮਤ ਛੱਡਣੀ ਹੈ, ਅਕਾਲੀਆਂ ਦੇ ਜਾਂ ਆਪ ਵਾਲਿਆਂ ਦੇ ਹਵਾਲੇ ਕਰਨੀ ਹੈ, ਫਿਰ ਤਾਂ ਇਹਨਾਂ ਨੇ ਨਹੀਂ ਦੇਣਾ ਆਪਾਂ ਨੂੰ ਪੰਜੀ ਵੀ ਨਹੀਂ ਦਿੰਦੇ ਹੈ। ਹਾਂ, ਤੇ ਜੇ ਇਹਨਾਂ ਦਾ ਇਰਾਦਾ ਇਹ ਹੈ ਕਿ ਸਰਕਾਰ ਦੁਆਰਾ ਫੇਰ ਬਣਾਉਣੀ ਹੈ ਤੇ ਫਿਰ ਭਾਈ ਇਹਨਾਂ ਨੂੰ ਆਪਣੀਆਂ ਸਾਰੀਆਂ ਮੰਗਾਂ ਮੰਨਣੀਆਂ ਪੈਣਗੀਆਂ, ਕੁਛ ਨਾ ਕੁਛ ਦੇਣਗੇ। ਇਹ ਮੇਰਾ ਖਿਆਲ ਹੈ ਵੀ ਉਸ ਪਾਸੇ ਨੂੰ ਗੱਲ ਤੁਰ ਪਈ ਹੈ। ਹੁਣ ਜੇ ਦਲਤਾਂ ਵਾਲੀ ਵੀ ਆ ਗਈ ਤੇ ਮੁਲਾਜ਼ਮਾਂ ਵਾਲੀ ਵੀ ਆ ਗਈ ਤਾਂ ਫਿਰ ਇੱਕ ਕੁਦਰਤੀ ਤੌਰ ਦੇ ਉੱਤੇ ਫਿਰ ਉਹ ਮਾਹੌਲ ਇਹੋ ਜਿਹਾ ਬਣ ਜਾਂਦਾ ਹੁੰਦਾ ਹੈ ਵੀ ਕੀ ਹੈ। ਪਰ ਕਿਤੇ ਇਹ ਨਾ ਹੋਵੇ ਜਿਵੇਂ ਅਕਾਲੀ ਕਰਕੇ ਸੀ। ਅਕਾਲੀਆਂ ਨੇ ਵੀ ਜਾਣਦਿਆਂ ਵੇਲੇ ਇੱਕ ਕਾਨੂੰਨ ਬਣਾਤਾ ਸੀ ਨਾ ਜੀ, ਅਸੀਂ 27,000 ਬੰਦਿਆਂ ਨੂੰ ਰੈਗੂਲਰ ਕਰ ਦਿਆਂਗੇ। ਕਾਨੂੰਨ ਵੀ ਬਣਾਤਾ ਸੀ ਤੇ ਨੋਟੀਫਿਕੇਸ਼ਨ ਹੋਣ ਵਾਲਾ, ਲਾਗੂ ਹੋਣ ਵਾਲਾ ਰਹਿ ਗਿਆ ਸੀ ਕਿਉਂਕਿ ਚੋਣ ਜਾਬਤਾ ਲੱਗ ਗਿਆ ਸੀ। ਅਜੇ ਚੋਣ ਜਾਬਤੇ 'ਚ ਟਾਈਮ ਪਿਆ ਕਿ ਪਏ ਆ 5-6 ਮਹੀਨੇ। ਇਹਨਾਂ ਕੋਲ ਸਮਾਂ ਹੈਗਾ, ਸੰਭਾਲਦੇ ਕਿ ਨਹੀਂ ਸੰਭਾਲਦੇ ਵੱਖਰੀ ਗੱਲ ਹੈ। ਪਰ ਮੋਰਓਵਰ ਇਹ ਕਿ ਜਿੰਨੀਆਂ ਜਾਇਜ਼ ਮੰਗਾਂ ਦਲਿਤ ਭਾਈਚਾਰੇ ਦੀਆਂ ਮੰਗਾਂ ਵੀ ਜਾਇਜ਼ ਆ, ਵੀ ਘੱਟੋ ਘੱਟ ਸਮਾਜ ਦਾ ਹਿੱਸਾ, ਉਹਨਾਂ ਨੂੰ ਸਮਾਜ ਦੇ ਵਿੱਚ ਬਰਾਬਰ ਦਾ ਰੁਤਬਾ ਮਿਲਣਾ ਚਾਹੀਦਾ ਜੀ। ਉਹਨਾਂ ਨੂੰ ਮਤਲਬ ਤੁਸੀਂ ਰਿਜ਼ਰਵੇਸ਼ਨ ਦੀ ਬਜਾਏ ਉਹਨਾਂ ਨੂੰ ਤਰੱਕੀ ਕਰਨ ਦੇ ਮੌਕੇ ਮੁਹੱਈਆ ਕਰੋ, ਮੌਕੇ ਪ੍ਰੋਵਾਈਡ ਕਰੋ, ਕੰਪੀਟੀਸ਼ਨ ਦੇ ਵਿੱਚ ਬੰਦੇ ਨਿਕਲ ਜਾਣ। ਬਿਲਕੁਲ। ਪਰ ਉਹਨਾਂ ਨੂੰ ਯੋਗ ਬਣਾਓ ਕਿ ਉਹਨਾਂ ਦੇ ਬੱਚੇ ਕੰਪੀਟੀਸ਼ਨ 'ਚ ਬੈਠਣ ਯੋਗ ਹੋ ਜਾਣ। ਬਿਲਕੁਲ। ਤੇ ਇੱਧਰ ਤੁਸੀਂ ਯੋਗਤਾ ਦੀ ਗੱਲ ਕੀਤੀ ਹੈ, ਪਰ ਉਧਰ ਮੈਡੀਕਲ ਕੋਰਸਾਂ ਦੇ ਵਿੱਚ ਜਿਹੜਾ ਉਹ OBC ਲਈ 27%, 25 ਤੋਂ 2 ਉੱਤੇ ਕਹਿਣ ਤੋਂ ਬਾਕੀ ਹੋਰ ਵੀ ਆ ਗਿਆ। ਮੈਨੂੰ ਲੱਗਦਾ 60-65% ਤੱਕ ਰਿਜ਼ਰਵੇਸ਼ਨ ਗਈ ਫਿਰ ਮੈਡੀਕਲ ਕੋਰਸਾਂ ਦੇ। ਦੇਖੋ ਗੱਲ ਇਹ ਕਿ ਫੈਸਲਾ ਅੱਜ ਦਾ ਨਹੀਂ, ਇਹ ਫੈਸਲਾ ਪੁਰਾਣਾ ਹੈ ਜੀ। ਔਰ ਇਹ ਫੈਸਲਾ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਹੀ ਫੈਸਲਾ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਜਿਹੜੇ ਹੈਗੇ ਹੈ, ਜਿਹੜੀਆਂ ਪਛੜੇ ਤੇ ਬੈਕਵਰਡ ਲੋਕ ਹੈ ਜੀ, ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ। ਉਹਨਾਂ ਨੂੰ ਉਹਨਾਂ ਦੀ ਸਟਰੈਂਥ ਦੇ ਮੁਤਾਬਕ ਤੁਹਾਨੂੰ ਕੁਛ ਨਾ ਕੁਛ ਦੇਣਾ ਪੈਣਾ। 2007 ਤੋਂ ਪਹਿਲਾਂ ਜੀ ਆਪਣੇ ਜਿਹੜਾ ਕੇਂਦਰੀ ਜਿਹੜੀ ਹੈਗੀ ਹੈ ਕੋਟਾ ਨਹੀਂ ਹੁੰਦਾ ਸੀ। ਹਾਂਜੀ। ਕੇਂਦਰੀ ਕੋਟਾ ਜਿਹੜਾ ਹੈਗਾ ਇਹ ਬਾਅਦ ਦੇ ਵਿੱਚ ਆਇਆ। ਅੱਛਾ ਜੀ। ਇਸ ਕੇਂਦਰੀ ਕੋਟੇ ਦੇ ਵਿੱਚ ਬਾਕੀ ਸਾਰਾ ਕੁਝ ਆ ਜਾਂਦਾ। ਕੰਪੀਟੀਸ਼ਨ ਹੁੰਦਾ ਸੀ। ਕੰਪੀਟੀਸ਼ਨ ਹੈ ਕਿ ਵਿੱਚ ਪੰਗਾ ਪੈ ਜਾਂਦਾ ਡੋਮਿਸਲ ਦਾ, ਕਿ ਜਿਹਦੇ ਕੋਲੇ ਪੰਜਾਬ ਦਾ ਬੰਦਾ ਪੰਜਾਬ 'ਚ ਰਹੂਗਾ, ਹਰਿਆਣੇ ਦਾ ਬੰਦਾ ਹਰਿਆਣੇ 'ਚ ਰਹੂਗਾ। ਹਾਂਜੀ। ਲੇਕਿਨ ਜੇ ਕੋਈ ਟੈਲੈਂਟਡ ਬੱਚੇ ਹੈ ਜਿਨ੍ਹਾਂ ਨੇ ਮੁਕਾਬਲਾ ਕਰਨਾ ਹੈ, ਉਹ ਕੇਂਦਰੀ ਜਿਹੜਾ ਹੈਗਾ ਟੈਸਟ ਦੇ ਵਿੱਚ ਬੈਠ ਸਕਦੇ। ਨੀਟ ਵੀ ਕਹਿੰਦੇ ਹਾਂਜੀ, ਨੀਟ ਕਹਿੰਦੇ, ਨੈਸ਼ਨਲ ਐਲੀਜੀਬਿਲਟੀ ਟੈਸਟ। ਹਾਂ, ਨੈਸ਼ਨਲ ਉਹਦੇ ਇਮਤਿਹਾਨ ਦੇ ਵਿੱਚ ਉਹ ਬੈਠ ਸਕਦੀ ਹੈ। ਉਹਦੇ 'ਚ ਬੈਠਣ ਦੇ ਲਈ ਫਿਰ ਮਤਲਬ ਜਿਹੜਾ ਹੈਗਾ ਉਹਨਾਂ ਦਾ ਖੁੱਲ੍ਹਾ ਕੰਪੀਟੀਸ਼ਨ ਹੁੰਦਾ। ਜੀ। ਖੁੱਲ੍ਹੇ ਕੰਪੀਟੀਸ਼ਨ ਦੇ ਵਿੱਚੋਂ ਫਿਰ ਇਹ ਹੈ ਕਿ ਜਿਹਨੇ ਲੋਕ ਬਹੁਤ ਲੰਬੇ ਸਮੇਂ ਤੋਂ ਪਛੜੇ ਹੈ, ਜੀ, ਦੱਬੇ ਕੁਚਲੇ ਹੈ, ਉਹਨਾਂ ਨੂੰ ਜੇ ਆਪਾਂ ਗੱਲ ਕਹਿ ਦਈਏ ਕਿ ਉਹ ਐਲੀਟ ਕਲਾਸ ਦੇ ਬਰਾਬਰ ਨੰਬਰ ਲੈ ਲੈਣਗੇ, ਨਹੀਂ ਉਹ ਤਾਂ ਨਹੀਂ ਲੈ ਸਕਦੇ, ਉਹਦੇ ਨੰਬਰ ਘੱਟ ਹੈ। ਪਰ ਉਹਨਾਂ ਨੂੰ ਇਹ ਵੀ ਨਹੀਂ ਆਪਾਂ ਠੋਕਰ ਮਾਰ ਸਕਦੇ ਕਿ ਤੁਸੀਂ ਭਾਈ ਐਲੀਟ ਕਲਾਸ 'ਚ ਨਹੀਂ ਆਉਂਦੇ। ਇਹ ਤਾਂ ਨਹੀਂ ਨਾ, ਇੰਡੀਆ ਬਰਾਬਰਤਾ ਦਾ ਹੱਕ ਦਿੰਦਾ, ਬਰਾਬਰਤਾ ਦਾ ਹੱਕ ਦਿੰਦਾ, ਤੇ ਉਹਨਾਂ ਨੇ ਕਿਹਾ ਜੀ ਇਹਦੇ ਤੇ ਕੁਛ ਕੀਤਾ ਜਾਵੇ। ਸੋ ਤੁਹਾਡੇ ਯਾਦ ਹੋਣਾ ਕਿ ਜਦੋਂ ਮੰਡਲ ਇੱਕ ਮੰਡਲ ਕਮਿਸ਼ਨ ਦੀ ਮੂਵਮੈਂਟ ਸ਼ੁਰੂ ਹੋਈ ਸੀ। ਕਮੰਡਲ ਵਰਸਸ ਮੰਡਲ। ਹਾਂਜੀ। ਕਮੰਡਲ ਉਹ ਸੀ ਜਦੋਂ ਇਹ ਕਹਿੰਦੇ ਸੀਗੇ ਜੀ ਮੰਦਰ ਵਹੀਂ ਬਣਾਏਂਗੇ। ਉਦੋਂ BJP ਵਾਲਿਆਂ ਨੂੰ ਕਮੰਡਲ ਕਿਹਾ ਸੀ ਤੇ ਉਹਦਾ ਮੁਕਾਬਲਾ ਕੀਤਾ ਸੀ BP ਸਿੰਘ ਨੇ ਵੀ, ਨਹੀਂ ਜੀ ਆਹ ਲਓ ਅਸੀਂ ਦਿੰਦੇ ਆ ਜਿਹੜੇ ਹੈਗੇ OBC, ਇਹਨਾਂ ਨੂੰ ਅਸੀਂ ਦਿੰਦੇ ਆ ਰਿਜ਼ਰਵੇਸ਼ਨ। ਤੇ ਰਿਜ਼ਰਵੇਸ਼ਨ ਦਾ ਕਾਰਨ ਉਹਦੇ ਜਿਹੜੇ ਲੀਡਰ ਸੀ ਉਹਨਾਂ ਦੇ ਵਿੱਚ ਇੱਕ ਲਾਲੂ ਪ੍ਰਸਾਦ ਯਾਦਵ ਸੀ, ਜੀ, ਉਹਨਾਂ ਦੇ ਵਿੱਚ ਨਿਤੀਸ਼ ਕੁਮਾਰ ਵੀ ਸੀ, ਉਹਨਾਂ ਦੇ ਵਿੱਚ ਮਰਹੂਮ ਰਾਮ ਵਿਲਾਸ ਪਾਸਵਾਨ ਵੀ ਸੀ, ਜੀ, ਤੇ ਮੁਲਾਇਮ ਸਿੰਘ ਯਾਦਵ ਵੀ ਸੀ। ਇਹਨਾਂ ਲੋਕਾਂ ਦਾ ਪ੍ਰੈਸ਼ਰ ਸੀ ਕਿ ਭਾਈ ਜਿਹੜੇ ਪਛੜੇ ਲੋਕ ਆ, ਪਛੜੇ ਲੋਕਾਂ ਨੂੰ ਤੁਸੀਂ ਦਿਓ। ਇਹ ਜੇ ਹਿੰਦੂ ਕਰਦੇ ਫਿਰਦੇ ਤੇ ਸਿਰਫ ਬ੍ਰਾਹਮਣਵਾਦ ਨੂੰ ਪ੍ਰਮੋਟ ਕਰਦੇ ਹੈ। ਆਪਾਂ ਨੂੰ ਵੀ ਫਿਰ ਚਾਹੀਦਾ ਕਿ ਆਪਾਂ ਜਿਹੜਾ ਆਹ ਲੋਕ ਹੈ ਇਹਨਾਂ ਨੂੰ ਪ੍ਰਮੋਟ ਕਰੀਏ। ਉਸ ਵੇਲੇ ਜਿਹੜੀ ਹੈ 27% ਕੋਟਾ ਜਿਹੜਾ ਹੈਗਾ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਦਿੱਤਾ ਗਿਆ ਸੀ। ਜੀ। ਇਹ ਜਿਹੜੀ ਹੈਗੀ ਇੱਕ ਕੰਸਟੀਟਿਊਸ਼ਨਲ ਅਮੈਂਡਮੈਂਟ ਵੀ ਕਰਤੀ ਸੀ। ਅਮੈਂਡਮੈਂਟ ਹੈਗੀ ਤੇ ਇਹਨਾਂ ਨੂੰ ਅਜੇ ਤੱਕ ਵੀ 2007 ਤੋਂ ਇਹ ਕੰਮ ਸ਼ੁਰੂ ਹੋਇਆ ਹੈ। ਜੀ। ਦਲਿਤ ਭਾਈਚਾਰੇ ਆਪਣਾ ਜਿਹੜੇ ਬੈਕਵਰਡ ਕਲਾਸਿਸ ਵਾਲੇ ਲੋਕ ਹੈ ਉਹਨਾਂ ਨੂੰ ਇਹ ਨਹੀਂ ਸੀ, ਹੱਕ ਨਹੀਂ ਮਿਲਦਾ ਸੀ। ਜੀ। ਹੁਣ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਜੀ ਸਾਡੀ ਤਾਂ ਸਰਕਾਰ ਨੇ ਐਲਾਨ ਕਰ ਦਿੱਤਾ ਹੈ। ਅੱਛਾ ਜੀ। ਸਾਡੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ OBC ਨੂੰ ਜਿਹੜਾ ਹੈਗਾ 27% ਜੀ ਉਹਨਾਂ ਨੂੰ ਦੇਵਾਂਗੇ। ਪਰ ਨਾਲ ਇੱਕ ਹੋਰ ਗੱਲ ਕਰਤੀ, ਇੱਕ ਕਰਕੇ ਇਕਨੋਮਿਕਲੀ ਜਿਹੜੇ ਬੈਕਵਰਡ ਲੋਕ ਹੈ, ਭਾਵੇਂ ਉਹ ਉੱਪਰ ਕਲਾਸਾਂ 'ਚ ਹੈ, ਜੇ ਕੋਈ ਜੱਟ ਹੈ, ਬ੍ਰਾਹਮਣ ਹੈ, ਬਾਣੀ ਹੈ, ਪਰ ਉਹ ਇਕਨੋਮਿਕਲੀ ਬੈਕਵਰਡ ਹੈ। ਇਕਨੋਮਿਕਲੀ ਬੈਕਵਰਡ ਲੋਕਾਂ ਨੂੰ ਵੀ ਮੌਕੇ ਨਹੀਂ ਮਿਲਦੇ ਐਲੀਟ ਕਲਾਸ ਦੇ ਬਰਾਬਰ। ਉਹਨਾਂ ਲਈ ਵੀ 10% ਕਰਤਾ। ਅੱਛਾ ਜੀ। ਉਹਨਾਂ ਦੀ ਵੀ ਕੀ ਉਹ ਫਿਰ ਇਨਕਮ ਤੈਅ ਹੋਊਗੀ ਨਾ ਉਹਨਾਂ ਦਾ। ਇਨਕਮ ਦਾ ਇਹ ਨਹੀਂ ਅਜੇ ਪਤਾ ਵੀ ਇਨਕਮ ਦਾ ਉਹਨਾਂ ਦਾ ਕ੍ਰਾਈਟੇਰੀਆ ਕੀ ਰੱਖਿਆ ਹੋਇਆ। ਇਹਦੇ ਨਾਲ ਜਿਹੜਾ ਦਾਨੇ ਵਾਲੀ ਸਭ ਇਹਦੇ 'ਚ ਇੱਕ ਹੋਊਗਾ ਕਿ ਜਿਹੜੇ ਆਲ ਇੰਡੀਆ ਕੋਟਾ ਯੋਜਨਾ ਉਹਦੇ ਵਿੱਚ ਅੰਡਰ ਗ੍ਰੈਜੂਏਟ ਨੂੰ ਮਿਲਣਗੀਆਂ 15%। ਅੱਛਾ ਜੀ।
ਤੇ ਪੋਸਟ ਗ੍ਰੈਜੂਏਸ਼ਨ ਵਾਲਿਆਂ ਨੂੰ ਮਿਲੀਆਂ 50% ਸੀਟਾਂ ਆਉਂਦੀਆਂ। ਅੱਛਾ ਜੀ। ਤੇ ਇਹਦੇ 'ਚ ਸਮਝ ਲਓ ਤੁਸੀਂ MBBS ਦੇ ਜਿਹੜੇ ਬੱਚੇ ਆਉਣਗੇ, ਜਿਹੜੇ ਬੈਕਵਰਡ ਕਲਾਸਿਸ 'ਚ ਆਉਣਗੇ, ਉਹਨਾਂ ਦੀ ਗਿਣਤੀ ਹੋਊਗੀ 1500। ਅੱਛਾ ਜੀ। ਤੇ ਜਿਹੜੇ ਪੋਸਟ ਗ੍ਰੈਜੂਏਸ਼ਨ ਵਾਲੇ ਹੋਣਗੇ ਹਰ ਸਾਲ ਡਾਕਟਰ ਜਿਹੜੇ ਹੋਣਗੇ ਉਹ ਹੋਣਗੇ 2500 ਜੀ। ਤੇ ਜਿਹੜਾ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਉਹਨਾਂ ਦੇ MBBS ਵਾਲੇ ਆਉਣਗੇ 550 ਜੀ। ਤੇ ਜਿਹੜੇ ਪੋਸਟ ਗ੍ਰੈਜੂਏਸ਼ਨ ਵਾਲੇ ਆ ਉਹ ਆਉਣਗੇ 1000 ਜੀ। ਸੋ ਇਹ ਇੱਕ ਉਹਨਾਂ ਨੇ ਹੁਣ ਫੈਸਲਾ ਕੀਤਾ ਮੋਦੀ ਸਾਹਿਬ ਦੀ ਸਰਕਾਰ ਨੇ। ਚਲੋ ਭਾਵੇਂ ਦੇਰ ਨਾਲ ਹੀ ਕੀਤਾ ਹੈ, ਪਰ ਉਹ ਗੱਲ ਇਹ ਜੀ ਹੁਣ ਵੇਖੀ ਵੀ ਹੁਣੇ ਕੀਤਾ ਕਿਉਂ ਹੈ। ਇਹ ਵੀ ਨੋਟ ਕਰ ਲਓ ਨਾ, ਜੇ ਪੰਜਾਬ ਦੇ ਵਿੱਚ ਵੋਟਾਂ ਆਉਣਗੀਆਂ ਤਾਂ ਪੰਜਾਬ ਦੇ ਨਾਲ ਯੂਪੀ 'ਚ ਵੀ ਆ ਰਹੀਆਂ, ਯੂਪੀ 'ਚ ਵੀ ਨਾਲ ਆ ਰਹੀਆਂ ਤੇ ਯੂਪੀ ਦੇ ਵਿੱਚ ਜਿਹੜਾ OBC ਹੈ ਪੰਜਾਬ ਦੇ ਮਗਰ ਫਿਰ ਹਿਮਾਚਲ ਦੀਆਂ ਵੀ ਖੜੀਆਂ ਥੋੜੇ ਮਹੀਨੇ ਬਾਅਦ। OBC ਦਾ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਥ੍ਰੈਟ ਹੈ ਨਾ ਯੂਪੀ 'ਚ ਹੈ। ਕਿਸਾਨ ਪਹਿਲਾਂ ਖਿਲਾਫ ਹੈ ਤੇ ਯੂਪੀ ਦੇ ਵਿੱਚ OBC ਵੀ ਖਿਲਾਫ ਖੜ ਗਏ ਤੇ ਫਿਰ ਕਾਲੀਆ ਤੇਰਾ ਬਣੇਗਾ ਕਿਆ। ਜੀ ਜੀ। ਉਹ ਫਿਰ ਇਹ ਗੱਲ ਸੋਚਦੇ ਵੀ ਬਣੂਗਾ ਆਪਣਾ ਕੀ, ਇਸ ਕਰਕੇ ਕਿਹਾ ਇਹਨਾਂ ਨੂੰ ਤਾਂ ਸੰਤੁਸ਼ਟ ਕਰੋ ਨਾ। ਉਹਨਾਂ ਨੂੰ ਸੰਤੁਸ਼ਟ ਕਰਨ ਵਾਸਤੇ ਰੌਲਾ ਜਿਹੜਾ ਹੈਗਾ ਸਾਰਾ ਵੋਟ ਬੈਂਕ ਦਾ ਹੀ ਹੈ। ਬਿਲਕੁਲ ਹੈ ਤਾਂ ਵੋਟਾਂ ਦਾ ਹੀ ਜੀ। ਹਾਂਜੀ। ਤੇ ਉਧਰ ਜਿਹੜਾ ਜੀ ਇਜ਼ਰਾਈਲੀ ਅਧਿਕਾਰੀਆਂ ਵੱਲੋਂ NSO ਦੇ ਦਫ਼ਤਰਾਂ ਦੀ ਜਾਂਚ ਕੀਤੀ ਹੈ ਜੀ। NSO ਕੀ ਚੀਜ਼ ਹੈ ਪਹਿਲਾਂ ਤਾਂ ਆਪਣੇ ਲਿਸਨਰਸ ਨੂੰ ਦੱਸੋ, ਫਿਰ ਆਪਾਂ ਗੱਲ ਅੱਗੇ ਤੋਰੀਏ। NSO ਜਿਵੇਂ ਆਪਾਂ ਕਹਿ ਦਿੰਦੇ ਆ ਕੋਈ ਆਰਗੇਨਾਈਜੇਸ਼ਨ ਹੈ, ਜਿਵੇਂ ਮਿਸਾਲ ਦੇ ਤੌਰ ਤੇ ਸਾਡੇ ਰਿਲਾਇੰਸ ਹੈ। ਰਿਲਾਇੰਸ ਵਾਲਿਆਂ ਦਾ ਰਿਲਾਇੰਸ ਇੱਕ ਘਰਾਣਾ ਹੈ, ਇੱਕ ਉਹਨਾਂ ਦੀ ਆਰਗੇਨਾਈਜੇਸ਼ਨ ਕੰਪਨੀ ਦਾ ਨਾਂ ਹੈ। ਇਸੇ ਤਰੀਕੇ ਇੱਕ NSO ਹੈ, ਇਹ NSO ਇਜ਼ਰਾਈਲ ਦੀ ਕੰਪਨੀ ਹੈ ਜੀ। ਜਿਹੜਾ ਅੱਜ ਕੱਲ੍ਹ ਰੌਲਾ ਪੈ ਰਿਹਾ ਨਾ ਜਸੂਸੀ ਦਾ, ਪੈਗਾਸਸ ਸਪਾਈ ਬੇਅਰ ਜਿਹੜਾ ਹੈਗਾ ਜਸੂਸੀ, ਜਿਹੜਾ ਇਹਨਾਂ ਨੇ ਉਹ ਵੇਅਰ ਬਣਾਇਆ ਹੋਇਆ ਹੈ ਜਸੂਸੀ ਕੀ ਕਹਿੰਦੀ ਹੈ ਆਪਾਂ ਨੂੰ, ਸਾਫਟਵੇਅਰ ਬਣਾਇਆ ਹੋਇਆ ਹੈ। ਉਹ ਸਾਫਟਵੇਅਰ ਦਾ ਰੌਲਾ ਜਿਹਦੇ ਰਾਹੀਂ ਹੈ ਕਿ ਭਾਰਤ ਦੇ ਵਿੱਚ 300 ਲੋਕਾਂ 300 ਪੱਤਰਕਾਰ ਤੇ ਕਾਫੀ ਸਾਰੇ ਹੋਰ ਲੋਕਾਂ ਦੀ ਜਿਹੜੀ ਹੈ ਉਹ ਜਸੂਸੀ ਹੁੰਦੀ ਹੈ, ਜਿਹਦੇ ਵਿੱਚ ਜੱਜ ਵੀ ਆ ਗਏ, ਜਿਹਦੇ ਵਿੱਚ ਚੋਣ ਕਮਿਸ਼ਨਰ ਵੀ ਆ ਗਏ, ਜਿਹਦੇ ਵਿੱਚ ਪਾਰਲੀਮੈਂਟ ਦੇ ਮੈਂਬਰ ਵੀ ਆ ਗਏ, ਜਿਹਦੇ ਵਿੱਚ ਤੁਹਾਡੇ ਪੱਤਰਕਾਰ ਵੀ ਆ ਗਏ, ਜਿਹਦੇ ਵਿੱਚ ਵਿਦਵਾਨ ਲੋਕ ਵੀ ਆ ਗਏ। ਇੱਥੋਂ ਤੱਕ ਕਿ ਜੇ ਕੋਈ ਨਿੱਕੀ ਮੋਟੀ ਹੈਸੀਅਤ ਰੱਖਣ ਵਾਲਾ ਬੰਦਾ ਹੈ ਪਰ ਉਹਦੀ ਪੁੱਛਗਿੱਛ ਬਹੁਤ ਜ਼ਿਆਦਾ ਹੈ, ਹੈਸੀਅਤ ਭਾਵੇਂ ਉਹਦੀ ਛੋਟੀ, ਸਾਰੇ ਬੰਦੇ ਆ ਗਏ, ਉਹਨਾਂ ਦੀ ਜਸੂਸੀ ਹੁੰਦੀ ਹੈ। ਇਹਦੇ ਤੇ ਜਿਹੜੀ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਆਰਗੇਨਾਈਜੇਸ਼ਨ ਸੀ, 17 ਜਿਹੜੀਆਂ ਹੈਗੀਆਂ ਮੀਡੀਆ ਆਰਗੇਨਾਈਜੇਸ਼ਨਸ ਉਹਨਾਂ ਨੇ ਬਣਾਈ ਵੀ ਜੀ। ਉਹਨਾਂ ਨੇ ਇਹਦੀ ਖੋਜ ਪੜਤਾਲ ਕਰਕੇ ਤੇ ਦੱਸਿਆ ਕਿ ਭਾਈ ਆਹ ਕੁਛ ਹੁੰਦਾ ਹੈ। ਇਜ਼ਰਾਈਲ ਵਾਲੇ ਕਹਿੰਦੇ ਆ ਕਿ ਇਹ ਸਾਡਾ ਜਿਹੜਾ ਹੈਗਾ ਅਸੀਂ ਅੱਤਵਾਦ ਦੇ ਖਾਤਮੇ ਦੇ ਲਈ ਇਹਨੂੰ ਬਣਾਇਆ ਵਾ ਜੀ, ਔਰ ਇਹ ਗੈਰ ਸਰਕਾਰ ਜਥੇਬੰਦੀ ਨੂੰ ਕਿਸੇ ਨੂੰ ਨਹੀਂ ਦਿੱਤਾ ਇਹਦੇ ਲਾਇਸੈਂਸ ਸਿਰਫ ਤੇ ਸਿਰਫ ਸਰਕਾਰਾਂ ਨੂੰ ਦਿੱਤੇ ਹੈ ਜੀ। ਹੁਣ ਭਾਰਤ ਦੇ ਵਿੱਚ ਵੀ ਹੈ, ਪਰ ਵੱਡੀ ਗੱਲ ਇਹਦੇ 'ਚ ਜਿਹੜੀ ਹੁਣ ਹੋਰ ਆ ਗਈ ਨਾ ਉਹ ਇਹ ਹੈ ਕਿ ਇਹ ਜਿਹੜਾ ਇਹਨਾਂ ਨੇ NS ਵਾਲਿਆਂ ਨੇ ਸਪਾਈਵੇਅਰ ਦਿੱਤਾ ਹੈ ਜਾਂ ਜਿਹੜਾ ਸੌਫਟਵੇਅਰ ਵੇਚਿਆ ਜੀ, ਉਹ ਸੌਫਟਵੇਅਰ ਜਿਹੜਾ ਹੈਗਾ ਜੀ ਉਹ ਇਸਰਾਈਲ 'ਚ ਵੀ ਪਹੁੰਚ ਗਿਆ। ਸੌਰੀ, ਇਸਰਾਈਲ ਦਾ ਤਾਂ ਬਣਿਆ ਹੋਇਆ ਹੈ ਜੀ, ਉਹ ਪਹੁੰਚ ਗਿਆ ਜੀ ਤੁਹਾਡਾ ਫਰਾਂਸ ਦੇ ਵਿੱਚ। ਤੇ ਫਰਾਂਸ ਦੇ ਰਾਸ਼ਟਰਪਤੀ ਹੈ ਐਮੋਨਲ ਮੈਂਕਰੋ ਜੀ। ਇਹ ਪਹਿਲਾਂ ਉਪ ਰਾਸ਼ਟਰਪਤੀ ਹੁੰਦੇ ਸੀ ਔਰ ਇਹਨਾਂ ਦਾ ਜਿਹੜਾ ਹੈਗਾ ਫੋਨ ਜੀ ਉਹ ਵੀ ਹੈਕ ਹੋਇਆ ਵਾ। ਇਹਨਾਂ ਦਾ ਜਦੋਂ ਹੈਕ ਹੋਇਆ ਵਾ ਤੇ ਇਹਨਾਂ ਨੇ ਗੱਲ ਕੀਤੀ ਆਪਣੇ ਜੀ ਇਸਰਾਈਲ ਦੇ ਪ੍ਰਧਾਨ ਮੰਤਰੀ ਨਾਲ ਕਿ ਭਾਈ ਸਾਹਿਬ ਤੁਹਾਡੇ ਦੇਸ਼ ਦੇ ਵਿੱਚ ਆ ਪੁਰਜਾ ਬਣਿਆ ਵਾ ਜੀ, ਜਾਂ ਇਹ ਸਾਫਟਵੇਅਰ ਬਣੇ ਤੇ ਮੇਰੀ ਜਸੂਸੀ ਕਰ ਦਿਓ। ਇਹ ਭਾਈ ਗੱਲ ਕੀ ਬਣੀ? ਹੁਣ ਜੇ ਆਪਾਂ ਦੇਖੀਏ ਤਾਂ ਫਰਾਂਸ ਬਹੁਤ ਮਹੱਤਵਪੂਰਨ ਹੈ ਇਸਰਾਈਲ ਦੇ ਲਈ ਜੀ। ਇਸਰਾਈਲ ਦੇ ਹਰ ਕੰਮ ਦੇ ਵਿੱਚ ਅਮਰੀਕਾ ਖੜਦਾ ਹੀ ਖੜਦਾ ਤੇ ਫਰਾਂਸ ਵੀ ਨਾਲ ਖੜਦਾ। ਉਹਨਾਂ ਦੇ ਜਿਹੜੇ ਹੈਗੇ ਇਕਨੋਮਿਕ ਇੰਟਰਸਟ ਵੀ ਹੈ, ਇਸਰਾਈਲ ਦੇ ਇਕਨੋਮਿਕ ਇੰਟਰਸਟ ਵੀ ਜਿਹੜੇ ਹੈਗੇ ਉਹ ਮੇਲ ਖਾਂਦੇ ਆ, ਉਹਦੇ ਨਾਲ ਮਤਲਬ ਜੇ ਮੇਲ ਮਿਲਾਪ ਰਹਿੰਦਾ ਇਸ ਫਰਾਂਸ ਨਾਲ ਤਾਂ ਹੈ। ਔਰ ਜਦੋਂ ਇਹ ਰੌਲਾ ਪੈ ਗਿਆ ਇਸ ਗੱਲ ਦੇ ਉੱਤੇ ਕਿ ਫਰਾਂਸ ਦੇ ਪ੍ਰਧਾਨ ਮੰਤਰੀ ਦੀ ਗੱਲ ਵੀ ਹੋ ਗਈ ਤੇ ਪ੍ਰੈਜ਼ੀਡੈਂਟ ਦੀ ਜਸੂਸੀ ਹੁੰਦੀ ਹੈ, ਉਸੇ ਵੇਲੇ ਫਿਰ ਜਿਹੜਾ ਇਹ ਪ੍ਰਾਈਮ ਮਿਨਿਸਟਰ ਹੈ ਇਸਰਾਈਲ ਦਾ ਜੀ, ਇਹਨੇ ਇੱਕ ਇਨਕੁਆਇਰੀ ਦਾ ਆਰਡਰ ਕਰਤਾ। ਇਨਕੁਆਇਰੀ ਦਾ ਆਰਡਰ ਕਰਤਾ ਦੇ ਨਾਲ ਜਿਹੜਾ ਫਰਾਂਸ ਦੇ ਰਾਸ਼ਟਰਪਤੀ ਦਾ ਗੁੱਸਾ ਠੰਡਾ ਕੀਤਾ ਜਾਵੇ। ਗੁੱਸੇ ਨੂੰ ਠੰਡਾ ਕਰਨ ਵਾਸਤੇ ਇਸਰਾਈਲ ਦਾ ਵਿਦੇਸ਼ ਮੰਤਰੀ ਇਸ ਵੇਲੇ ਫਰਾਂਸ ਦੇ ਦੌਰੇ ਤੇ। ਅੱਛਾ ਜੀ। ਉਹ ਆਪਣੇ ਹਮਰੁਤਬਾ ਨਾਲ ਵੀ ਗੱਲ ਕਰੂਗਾ, ਜਿਹੜਾ ਫਰਾਂਸ ਦਾ ਵਿਦੇਸ਼ ਮੰਤਰੀ ਹੈ ਉਹਨੂੰ ਵੀ ਉਹ ਆਪਦੀ ਪੋਜੀਸ਼ਨ ਦੱਸੂਗਾ ਤੇ ਨਾਲ ਹੋ ਸਕਦਾ ਕਿ ਉਹ ਰਾਸ਼ਟਰਪਤੀ ਨੂੰ ਵੀ ਉਹਦੀ ਪੋਜੀਸ਼ਨ ਜਿਹੜੀ ਹੈਗੀ ਇਸਰਾਈਲ ਦੀ ਪੋਜੀਸ਼ਨ ਉਹ ਤੋਂ ਜਾਣੂ ਕਰਾਵੇ ਜੀ। ਹੁਣ ਇਹ ਕਿ ਉਹ ਫਰਾਂਸ ਦੇ ਦੌਰੇ ਤੇ ਗਏ ਤੇ ਫਰਾਂਸ ਦੇ ਦੌਰੇ ਤੇ ਗਿਆ, ਜਿਹੜੀਆਂ ਹੁਣ ਜਿਹੜੀ ਉਹਨਾਂ ਦੀਆਂ ਤੁਹਾਡੇ ਹੈਗੇ ਆ ਆਪਾਂ ਕਹਿ ਸਕਦੇ ਐਕਸਪਰਟ, ਖਾਸ ਕਰਕੇ ਜਿਹੜੇ ਸਿਕਿਉਰਿਟੀ ਨਾਲ ਰਿਲੇਟਡ ਐਕਸਪਰਟ ਉਹ ਆਰਮੀ ਵਾਲੇ ਹੁੰਦੇ। ਹੁਣ ਉਹ ਆਰਮੀ ਵਾਲੇ ਐਕਸਪਰਟ ਜਿਹੜੇ ਹੈਗੇ ਆ ਉਹਨਾਂ ਨੇ ਜੀ NSO ਦੇ ਦਫ਼ਤਰ ਆ ਜਿਹੜਾ ਤਲ ਅਵੀਵ ਉੱਥੇ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਜਾਂਚ ਪੜਤਾਲ ਸ਼ੁਰੂ ਕਰਤੀ। ਅੱਛਾ ਜੀ। ਪਹਿਲਾਂ ਤਾਂ ਇਹ ਸੀ ਕਿ ਰੇਡ ਕੀਤੀ ਹੈ, ਛਾਪਾ ਮਾਰਿਆ,
ਫਿਰ NS ਵਾਲਿਆਂ ਨੇ ਕਹਿੰਦਾ ਨਹੀਂ ਛਾਪਾ ਨਹੀਂ ਮਾਰਿਆ ਜੀ, ਸਾਡੇ ਨਾਲ ਪੁੱਛ ਪੜਤਾਲ ਕਰਨ ਵਾਸਤੇ ਆਏ ਤੇ ਅਸੀਂ ਪੁੱਛ ਪੜਤਾਲ ਦੇ ਵਿੱਚ ਇਹਨਾਂ ਨੂੰ ਸਹਿਯੋਗ ਕਰਾਂਗੇ। ਸੋ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇ ਫਰਾਂਸ ਦੇ ਕਹਿਣ ਦੇ ਉੱਤੇ ਜਾਂ ਫਰਾਂਸ ਦੇ ਇਤਰਾਜ਼ ਦੇ ਉੱਤੇ ਇਸਰਾਈਲ ਵਾਲਿਆਂ ਨੇ ਆਪਣੇ ਦੇਸ਼ ਦੇ ਵਿੱਚ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ, ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਚੁੱਪ ਕਿਉਂ ਬੱਟੀ ਬੈਠੇ ਫਿਰ ਜਵਾਬ ਕਿਉਂ ਨਹੀਂ ਦਿੰਦੇ ਕਿ ਤੁਸੀਂ ਖਰੀਦਿਆ ਕਿ ਨਹੀਂ ਖਰੀਦਿਆ, ਹਾਂ ਜਾਂ ਨਾ ਦੱਸੋ। ਤੁਸੀਂ ਆਪਣੇ ਲੋਕਾਂ ਦੇ ਖਿਲਾਫ ਇਹਦੀ ਵਰਤੋਂ ਕੀਤੀ ਹੈ ਕਿ ਨਹੀਂ ਕੀਤੀ, ਹਾਂ ਜਾਂ ਨਾ ਚ ਦੱਸੋ। ਇਹ ਨਾ ਹਾਂ ਤੇ ਨਾ ਤੇ ਅੱਜ ਮੇਰਾ ਖਿਆਲ ਹੈ ਜੀ ਲਾਸਟ ਵਰਕਿੰਗ ਡੇ ਹੈ ਜੀ, ਅੱਜ ਵੀ ਪਾਰਲੀਮੈਂਟ ਦੇ ਦੋਨੇ ਸਦਨ ਹੈ ਜਿਹੜੇ ਉਹ ਕੋਈ ਕੰਮ ਨਹੀਂ ਕਰ ਸਕੇ, ਉੱਥੇ ਫਿਰ ਖੱਪਖਾਨਾ ਪੈ ਗਿਆ ਔਰ ਉਹ ਮੁਲਤਵੀ ਕਰ ਦਿੱਤੇ। ਵੈਸੇ ਢਿੱਲੋਂ ਸਾਹਿਬ ਇਹਦੇ ਵਿੱਚ ਪਿਛਲੇ ਸਾਲ ਦਸੰਬਰ 20 ਦੇ ਵਿੱਚ ਵੀ ਅਲ ਜਜ਼ੀਰਾ ਨੇ ਇਨਵੈਸਟੀਗੇਸ਼ਨ ਸ਼ੋਅ ਕੀਤਾ ਸੀਗਾ ਇਸੇ ਦੇ ਉੱਤੇ ਦਾ ਟਿਪ ਆਫ ਆਈਸਬਰਗ। ਸੋ ਉਦੋਂ ਤੋਂ ਕੰਮ ਚੱਲੇ, ਪਰ ਹੁਣ ਜੁਲਾਈ ਦੇ ਵਿੱਚ ਆ ਕੇ ਇਹ ਤੂਫਾਨ ਖੜਾ ਕੀਤਾ। ਜਿਹੜਾ ਵਿਕੀਪੀਡੀਆ ਵੀ ਹੈ ਨਾ, ਉਹ ਵੀ ਕਹਿੰਦਾ ਕਿ ਇਹਦੇ ਮੇਨ ਟਾਰਗੇਟ ਜਿਹੜੇ ਜਰਨਲਿਸਟ ਤੇ ਪੋਲੀਟੀਕਲ ਰੀਡਰ ਜਿਹੜੇ ਰਾਈਵਲ ਨੇਸ਼ਨਸ ਦੇ ਆ, ਉਹਨਾਂ ਉਹ ਸੀ। ਉਹ ਤਾਂ ਰਾਈਵਲ ਨੇਸ਼ਨਸ ਦੇ ਸੀ, ਭਾਰਤ ਹੁਣ ਰਾਈਵਲ ਨੇਸ਼ਨ ਨਹੀਂ ਨਾ ਹੈ। ਬਿਲਕੁਲ ਇਹ ਤਾਂ ਹੁਣ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਵੇਚਦੇ ਆ, ਖਰੀਦਦਾ ਕੌਣ ਹੈ? ਕਿਉਂਕਿ ਪ੍ਰਾਈਵੇਟ ਏਜੰਸੀ ਹੈ। ਬਿਲਕੁਲ NSO ਪ੍ਰਾਈਵੇਟ ਏਜੰਸੀ ਹੈ। ਪ੍ਰਾਈਵੇਟ ਏਜੰਸੀ ਤੋਂ 9 ਕਰੋੜ ਜਿਹੜਾ ਹੈਗਾ 9 ਕਰੋੜ ਰੁਪਇਆ ਲੈਂਦੇ ਆ ਜੀ, ਜੇ ਇੱਕ ਲਾਇਸੈਂਸ ਦਾ ਦੱਸੋ। ਹਾਂ, ਇੱਕ ਲਾਇਸੈਂਸ ਦਾ 9 ਕਰੋੜ ਰੁਪਇਆ ਲੈਂਦੇ ਤੇ ਇੱਕ ਜਿਹੜਾ ਲਾਇਸੈਂਸ ਆ ਉਹਦੇ ਰਾਹੀਂ ਤੁਸੀਂ 10 ਜਿਹੜੇ ਹੈਗੇ ਫੋਨ ਉਹਨਾਂ ਨੂੰ ਕਰ ਸਕਦੇ ਹੋ ਹੈਕ। ਹਾਂਜੀ। ਦੱਸੋ ਫਿਰ ਕਿੱਥੇ ਕਿੰਨੇ ਕੀਤੇ ਹੋਣੇ ਆ ਤੇ ਉਹਦਾ ਹਿਸਾਬ ਕਿਤਾਬ ਕੌਣ ਦੇ? ਆਪਣੇ 300 ਦਾ ਪੱਤਰਕਾਰ ਹੀ ਹੈ ਕਹਿੰਦੇ। ਦੱਸੋ। ਸੋ ਮਿਹਰਬਾਨੀ ਢਿੱਲੋਂ ਸਾਹਿਬ, ਸ਼ੁਕਰੀਆ, ਧੰਨਵਾਦ। ਸੋ ਪ੍ਰੋਗਰਾਮ ਸ਼ਮਾ ਤੁਹਾਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਫਿਰ ਜੁੜਾਂਗੇ ਸੋਮਵਾਰ ਨੂੰ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਇਸ ਤੋਂ ਬਾਅਦ ਪ੍ਰੋਗਰਾਮ ਗੀਤ ਬਹਾਰ। ਸੋ ਕੱਲ੍ਹ ਨੂੰ ਵੀ ਪ੍ਰੋਗਰਾਮ ਯਾਨੀ ਕਿ ਸੈਚਰਡੇ ਨੂੰ ਸਵੇਰੇ 7:30 ਵਜੇ ਪ੍ਰੋਗਰਾਮ ਗੀਤ ਬਹਾਰ ਵੀ ਹੋਏਗਾ। ਸ਼ਮਾਦਾਨ।